ਕੀ ਅੱਜ ਧਰਤੀ ਤੇ ਪਰਮੇਸ਼ਰ ਦਾ ਕੋਈ ਸੱਚਾ ਗਿਰਜਾਘਰ ਹੈ? ਕੀ ਅਸੀਂ ਕਿਸੇ ਵੀ ਮਨੁੱਖ ਵੱਲੋਂ ਬਣਾਈਆਂ ਸੰਸਥਾਵਾਂ ਤੇ ਸੱਚਮੁੱਚ ਭਰੋਸਾ ਰੱਖ ਸਕਦੇ ਹਾਂ? ਅਤੇ ਪਰਮੇਸ਼ਰ ਕੌਣ ਹੈ ਜਿਸ ਨੂੰ ਬਾਕੀ ਦਾ ਨਾਮ ਦਿੱਤਾ ਗਿਆ ਹੈ? ਇਸ ਵਿੱਚ ਕਿਹਾ ਗਿਆ ਹੈ ਕਿ ਡਰੈਗਨ ਅਵਸ਼ੇਸ਼ਾਂ ਨਾਲ ਜੰਗ ਕਰਦਾ ਹੈ। ਕਿਉਂ? ਮੈਂ ਕੈਮੀ ਹਾਂ। ਆਓ ਇਹਨਾਂ ਸਵਾਲਾਂ ਦੇ ਜਵਾਬ ਬਾਈਬਲ ਦੇ ਵਿੱਚੋਂ ਅਸੀਂ ਪੜਚੋਲ ਕਰਾਂਗੇ, ਬਾਈਬਲ ਦੇ ਭਵਿੱਖਬਾਣੀਆਂ ਨੂੰ ਅਨਲੌਕ ਕਰਨ ਦੇ ਉੱਤੇ। ਅੰਤਰਰਾਸ਼ਟਰੀ ਪੱਧਰ ਤੇ ਮਹਾਮਾਰੀ ਦਾ ਫੈਲਣਾ, ਕੋਰੋਨਾ ਵਾਇਰਸ ਤੇ ਬ੍ਰੇਕਿੰਗ ਨਿਊਜ਼, ਗਲੋਬਲ ਰਾਜਨੀਤੀ ਤੇ ਹੇਰ-ਫੇਰ, ਕੁਪ੍ਰਬੰਧਨ ਤੇ ਭ੍ਰਸ਼ਟਾਚਾਰ, ਕੁਦਰਤੀ ਆਫਤਾਵਾਂ ਤੇਜ਼ੀ ਨਾਲ ਵਧਣਾ, ਆਸਟ੍ਰੇਲੀਆ ਵਿੱਚ ਜੰਗਲ ਦੀ ਅੱਗ, ਦੁਨੀਆ ਭਰ ਵਿੱਚ ਇਹਨਾਂ ਦਾ ਚੇਤਾਵਨੀ। ਇਸ ਦਾ ਕੀ ਮਤਲਬ ਹੈ? ਇਸ ਦਾ ਕੀ ਭਵਿੱਖ ਹੈ? ਅੰਤਰਰਾਸ਼ਟਰੀ ਵਕਤਾ ਕੈਮੀ ਨਿਊਮਨ ਨਾਲ ਜੁੜੀ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ ਆਪਣੇ ਸੰਸਾਰ ਭਰ ਦੀ ਯਾਤਰਾਵਾਂ ਦੇ ਦੌਰਾਨ ਜ਼ਿੰਦਗੀ ਦੇ ਸੱਚੇ ਸੰਘਰਸ਼ ਦਾ ਸਾਹਮਣਾ ਕੀਤਾ, ਪਰ ਇਹਨਾਂ ਦੇ ਵਿਚਕਾਰ ਉਮੀਦਾਂ ਦੇ ਚਮਤਕਾਰ ਨੂੰ ਖੋਜਿਆ। ਜੁੜੇ ਅੰਤਰਰਾਸ਼ਟਰੀ ਵਕਤਾ ਕੈਮੀ ਨਿਊਮਨ ਨਾਲ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ, ਜਿਸ ਵਿੱਚ ਉਹ ਦੱਸਦੇ ਹਨ ਕਿਸ ਤਰ੍ਹਾਂ ਬਾਈਬਲ ਦੇ ਭਵਿੱਖਬਾਣੀਆਂ ਬੀਤੇ ਸਮੇਂ ਤੋਂ ਛੇਤੀ ਪੂਰੀਆਂ ਹੋ ਰਹੀਆਂ ਹਨ। ਹਾਈ ਦੋਸਤੋ, ਮੈਂ ਬਹੁਤ ਉਤਸ਼ਾਹਿਤ ਹਾਂ ਤੁਸੀਂ ਸਾਡੇ ਨਾਲ ਜੁੜ ਗਏ ਹੋ ਬਾਈਬਲ ਦੀ ਭਵਿੱਖਬਾਣੀਆਂ ਨੂੰ ਅਨਲੌਕ ਕਰਨ ਤੇ। ਇਹ ਪੇਸ਼ਕਾਰੀ ਦੀ ਇੱਕ ਨਿਰੰਤਰ ਲੜੀ ਹੈ, ਬਾਈਬਲ ਦੀਆਂ ਸਭ ਤੋਂ ਵੱਡੀਆਂ ਭਵਿੱਖਬਾਣੀਆਂ ਦੀ ਪੜਚੋਲ ਕਰਨਾ। ਅੱਜ ਰਾਤ 14 ਵਿੱਚੋਂ 12 ਨੰਬਰ ਹੈ। ਮੈਂ ਤੁਹਾਡੇ ਨਾਲ ਇਸ ਸਮੇਂ ਬਿਤਾਉਣ ਲਈ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਪੂਰੀ ਦੁਨੀਆ ਤੇ। ਬਸ ਉਹਨੇ ਗੱਲਬਾਤ ਵਿੱਚ ਸਾਨੂੰ ਸੁਣੋ। ਤੁਸੀਂ ਕਿੱਥੋਂ ਵੇਖ ਰਹੇ ਹੋ ਸਾਨੂੰ ਜ਼ਰੂਰ ਦੱਸੋ। ਨਾਲ ਹੀ ਯਾਦ ਰੱਖੋ, ਤੁਸੀਂ ਕਿਸੇ ਵੀ ਪਿਛਲੇ ਪ੍ਰੋਗਰਾਮ ਨੂੰ ਦੇਖ ਸਕਦੇ ਹੋ awr.org/bible ਵਿਖੇ। ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਇਹ ਵਿਸ਼ੇ ਇੱਕ ਦੂਜੇ ਤੇ ਨਿਰਮਾਣ ਕਰਦੇ ਹਨ, ਇਸ ਲਈ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਉਹਨਾਂ ਨੂੰ ਕ੍ਰਮ ਦੇ ਵਿੱਚ ਵੇਖੋ ਤਾਂ ਜੋ ਹਰ ਲਗਾਤਾਰ ਪੇਸ਼ਕਾਰੀ ਦੀ ਨੀਂਹ ਰੱਖੀ ਜਾ ਸਕੇ। ਸ਼ੁਰੂ ਕਰਨ ਤੋਂ ਪਹਿਲਾਂ ਲਿੰਕ ਤੇ ਕਲਿੱਕ ਕਰੋ ਅਤੇ ਸਾਡੇ ਆਨਲਾਈਨ ਬਾਈਬਲ ਸਕੂਲ ਵਾਸਤੇ ਪੰਜੀਕਰਨ ਕਰੋ। ਭਾਵੇਂ ਸਾਡੇ ਕੋਲ ਕੇਵਲ ਹੈ ਅੱਜ ਰਾਤ ਤੋਂ ਬਾਅਦ ਤੇ 2 ਹੋਰ ਪੇਸ਼ਕਾਰੀਆਂ, ਤੁਸੀਂ ਸਾਡੇ ਬਾਈਬਲ ਸਕੂਲ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ। ਅੱਜ ਰਾਤ ਦੀ ਪੇਸ਼ਕਾਰੀ ਅਸਲ ਵਿੱਚ ਇੱਕ ਨਿਰੰਤਰਤਾ ਦਾ ਪ੍ਰੋਗਰਾਮ ਹੈ। ਜਿਵੇਂ ਕਿ ਅਸੀਂ ਅਧਿਆਤਮਿਕ ਬੈਬੀਲੋਨ ਬਾਰੇ ਸਿੱਖਿਆ ਸੀ ਅਤੇ ਉਸ ਦੇ ਜੋ ਭੰਬਲ ਭੂਸੇ ਪੈਦਾ ਕੀਤੇ ਸਨ ਉਸ ਬਾਰੇ, ਅਸੀਂ ਪਰਮੇਸ਼ਰ ਬਾਰੇ ਵੀ ਪੜ੍ਹਿਆ ਸੀ ਕਿ ਉਹ ਕਾਲ ਕਰ ਰਿਹਾ ਹੈ ਉਸਦੇ ਲੋਕਾਂ ਨੂੰ ਬੈਬੀਲੋਨ ਤੋਂ ਬਾਹਰ ਨਿਕਾਲਣ ਲਈ। ਅਸੀਂ ਇਸ ਤੱਥ ਦਾ ਆਨੰਦ ਲੈ ਸਕਦੇ ਹਾਂ ਕਿ ਰੱਬ ਸਾਨੂੰ ਕਦੇ ਵੀ ਕਿਸੇ ਚੀਜ਼ ਤੋਂ ਬਾਹਰ ਨਹੀਂ ਬੁਲਾਉਂਦਾ ਜਦੋਂ ਤੱਕ ਉਹ ਸਾਨੂੰ ਉਸਦੇ ਕੋਲ ਨਹੀਂ ਬੁਲਾ ਰਿਹਾ ਹੋਵੇ। ਯਿਸੂ ਕਹਿੰਦਾ ਹੈ, ਮੇਰੇ ਕਦਮਾਂ ਦੀ ਪਾਲਣਾ ਕਰੋ, ਮੇਰੀ ਸਿੱਖਿਆਵਾਂ ਤੇ ਚੱਲੋ। ਮੈਂ ਤੁਹਾਨੂੰ ਆਪਣੀ ਜ਼ਿੰਦਗੀ ਤੇ ਅਤੇ ਆਪਣੀ ਸਿੱਖਿਆਵਾਂ ਦੀ ਇੱਕ ਮਿਸਾਲ ਛੱਡ ਦਿੱਤੀ ਹੈ। ਅਸੀਂ ਪਰਮੇਸ਼ਰ ਦੇ ਵਚਨ ਤੋਂ ਵੱਖ-ਵੱਖ ਸੱਚਾਈਆਂ ਪੜ੍ਹੀਆਂ, ਜਿਵੇਂ ਕਿ ਤੁਸੀਂ ਅਤੇ ਮੈਂ ਇੱਥੇ ਇਕੱਠੇ ਕੰਮ ਕਰ ਰਹੇ ਹਾਂ। ਫਿਰ ਅਸੀਂ ਇਹਨਾਂ ਸੱਚ ਨੂੰ ਨਕਸ਼ੇ ਵਾਂਗ ਹੀ ਲੈਂਦੇ ਹਾਂ ਅਤੇ ਅਸੀਂ ਇੱਕ ਚਰਚ ਲੱਭਦੇ ਹਾਂ ਜੋ ਬਰਕਰਾਰ ਰੱਖਦਾ ਹੈ ਅਤੇ ਸਾਰੇ ਪਰਮੇਸ਼ਰ ਦੇ ਸੱਚ ਨੂੰ ਖਜ਼ਾਨੇ ਵਾਂਗ ਸੰਭਾਲ ਰੱਖਦਾ ਹੈ। ਅੱਜ ਰਾਤ ਅਸੀਂ ਇਸ ਸਵਾਲ ਦਾ ਜਵਾਬ ਦੇਵਾਂਗੇ ਕਿ ਬਾਈਬਲ ਸੱਚਮੁੱਚ ਪ੍ਰਗਟ ਕਰਦੀ ਹੈ ਪਰਮੇਸ਼ਰ ਦਾ ਆਖਰੀ ਦਿਨ ਦਾ ਚਰਚ ਕਿਹੋ ਜਿਹਾ ਦਿਖਾਈ ਦੇਵੇਗਾ। ਸਾਡੇ ਨਾਲ ਬਣੇ ਰਹੋ। ਆਓ ਸਾਡੇ ਅਧਿਐਨ ਦੀ ਤਿਆਰੀ ਲਈ ਪ੍ਰਾਰਥਨਾ ਕਰੀਏ, ਜਿਸ ਦਾ ਨਾਮ ਹੈ ਅਵਸ਼ੇਸ਼। ਸਵਰਗ ਪਿਤਾ ਪ੍ਰਭੂ, ਸਾਨੂੰ ਸਾਰਿਆਂ ਨੂੰ ਇਕੱਠੇ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਰਪਾ ਕਰਕੇ ਮੈਨੂੰ ਆਪਣੇ ਆਪ ਤੋਂ ਖਾਲੀ ਕਰੋ ਅਤੇ ਮੈਨੂੰ ਆਪਣੇ ਪਵਿੱਤਰ ਆਤਮਾ ਨਾਲ ਭਰ ਦਿਓ ਅਤੇ ਅੱਜ ਰਾਤ ਮੈਨੂੰ ਇੱਕ ਬਰਤਨ ਵਜੋਂ ਵਰਤੋ ਤੁਹਾਡੇ ਵਚਨਾਂ ਵਿੱਚੋਂ ਵਰਣਨ ਕਰਨ ਲਈ, ਜਿਸ ਦਾ ਨਾਮ ਦਾ ਅਵਸ਼ੇਸ਼ ਅਤੇ ਵਿਸ਼ੇਸ਼ਤਾਵਾਂ ਕੀ ਹਨ ਸਾਡੇ ਸੱਚੇ ਚਰਚ ਵਿੱਚ ਪ੍ਰਭੂ। ਇਸ ਲਈ ਇਹ ਸਾਡੇ ਸਾਰਿਆਂ ਲਈ ਬਹੁਤ ਸਪਸ਼ਟ ਹੈ ਇਸ ਬਾਰੇ ਕਿ ਪਾਪ ਕਿੱਥੇ ਲੱਭਣਾ ਹੈ ਅਤੇ ਕਿਵੇਂ ਬਣਨਾ ਹੈ ਤੁਹਾਡੇ ਅੰਤ ਦੇ ਸਮੇਂ ਦੇ ਗਰੁੱਪ ਵਾ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਅੱਜ ਰਾਤ ਸਾਡੇ ਨਾਲ ਰਹੋ, ਯਿਸੂ ਦੇ ਨਾਮ 'ਚ ਆਮੀਨ। ਅਰਮੰਡ ਅਤੇ ਉਸਦੀ ਪਤਨੀ ਕਲੈਰਿਸ ਮੈਡਗੈਸਕਰ ਵਿੱਚ ਰਹਿੰਦੇ ਸਨ। ਹਰ ਰੋਜ਼ ਕੰਮ ਲਈ ਉਹ ਆਪਣੀ ਬਾਈਕ ਦੀ ਦੁਕਾਨ ਤੋਂ ਸਵਾਰੀ ਕਰਦਾ ਸੀ, ਵੱਖ-ਵੱਖ ਉਤਪਾਦ ਵੇਚਣ ਦੇ ਲਈ। ਉਹ ਆਪਣੀ ਨੌਕਰੀ ਦਾ ਆਨੰਦ ਮਾਣ ਰਿਹਾ ਸੀ ਅਤੇ ਇਸ ਕਹਾਣੀ ਦੇ ਸਮੇਂ ਉਸ ਰਾਜਧਾਨੀ ਸ਼ਹਿਰ ਤੋਂ ਬਹੁਤ ਦੂਰ ਉਹ ਰਹਿੰਦੇ ਸਨ, ਦੂਰ ਪਹਾੜ ਦੇ ਇੱਕ ਪਿੰਡ ਵਿੱਚ। ਇੱਕ ਦਿਨ ਅਰਮੰਡ ਦੇ ਭਰਾ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੇ ਪਿਤਾ ਰੋਜ਼ਾਨਾ ਇੱਕ ਦਿਲਚਸਪ ਰੇਡੀਓ ਪ੍ਰਸਾਰਣ ਸੁਣਦੇ ਹਨ। ਉਸ ਦਿਨ ਬਾਅਦ ਵਿੱਚ ਜਦੋਂ ਅਰਮੰਡ ਪਰਿਵਾਰ ਨੂੰ ਮਿਲਣ ਗਿਆ ਸੀ, ਉਹਨਾਂ ਨੇ ਪ੍ਰੋਗਰਾਮਾਂ ਨੂੰ ਇਕੱਠੇ ਸੁਣਿਆ। ਅਰਮੰਡ ਦੀ ਦਿਲਚਸਪੀ ਵੀ ਹੋਈ, ਪਰ ਕਲੈਰਿਸ ਨਾ ਖੁਸ਼ ਸੀ। ਉਹ ਇੱਕ ਸ਼ਰਧਾਲੂ ਕੈਥੋਲਿਕ ਸੀ ਅਤੇ ਮਹਿਸੂਸ ਕੀਤਾ ਕਿ ਰੇਡੀਓ ਤੇ ਜੋ ਕੁਝ ਜਾ ਰਿਹਾ ਸੀ ਉਹ ਆਪਣੀ ਚਰਚ ਦੇ ਖਿਲਾਫ ਗਲਤ ਬੋਲ ਰਹੇ ਸਨ। ਪਰ ਹਾਲਾਂਕਿ ਕਲੈਰਿਸ ਨੂੰ ਪਸੰਦ ਤਾਂ ਨਹੀਂ ਸੀ ਐਡਵੈਂਟਿਸਟ ਵਰਲਡ ਰੇਡੀਓ ਪ੍ਰੋਗਰਾਮ, ਉਸਦੀ ਜ਼ਮੀਰ ਨੇ ਉਸਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਇੱਕ ਸ਼ਾਂਤ ਕਰਨ ਦਾ ਇੱਕੋ ਇੱਕ ਤਰੀਕਾ ਲੱਭਿਆ। ਉਹ ਇੱਕੋ ਇੱਕ ਰੇਡੀਓ ਪ੍ਰੋਗਰਾਮ ਸੁਣ ਰਹੀ ਸੀ ਜਿਸ ਨੂੰ ਉਹ ਨਫ਼ਰਤ ਕਰਦੀ ਸੀ। ਜਿਵੇਂ ਅਰਮੰਡ ਰੋਜ਼ਾਨਾ ਰੇਡੀਓ ਸੁਣਦਾ ਸੀ, ਉਹ ਆਪਣੇ ਸੁਣੇ ਹੋਏ ਉਹ ਜਿਹੜੇ ਸ਼ਬਦਾਂ ਨੂੰ ਉਹਨਾਂ ਤੇ ਵਿਸ਼ਵਾਸ ਰੱਖਦਾ ਸੀ। ਉਸਨੂੰ ਅਣਜਾਣ ਪ੍ਰਭੂ ਕਲੇਰੀ ਦਿਲ ਦੇ ਵਿੱਚ ਕੰਮ ਕਰ ਰਿਹਾ ਸੀ ਅਤੇ ਉਸਨੂੰ ਵੀ ਦੋਸ਼ੀ ਠਹਿਰਾਇਆ ਜਾ ਰਿਹਾ ਸੀ। ਆਖਿਰਕਾਰ ਅਰਮੰਡ ਆਪਣੀ ਪਤਨੀ ਕੋਲ ਗਿਆ ਤੇ ਕਿਹਾ, ਉਹਨਾਂ ਨੂੰ ਇੱਕ ਅਜਿਹਾ ਚਰਚ ਲੱਭਣਾ ਚਾਹੀਦਾ ਹੈ ਜੋ ਇਸ ਸੱਚ ਦਾ ਪ੍ਰਚਾਰ ਕਰੇ। ਉਹ ਸਹਿਮਤ ਹੋ ਗਈ। ਉਹਨਾਂ ਨੇ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹਨਾਂ ਨੂੰ ਸਿਰਫ ਇੱਕ ਹੀ ਗੱਲ ਸੁਣਾਈ ਦਿੱਤੀ ਅਤੇ ਹਾਜ਼ਰ ਹੋਣ ਲਈ ਉਹ ਬਹੁਤ ਹੀ ਦੂਰ ਸੀ, ਕਲੀਸਿਆ। ਫਿਰ ਇੱਕ ਦਿਨ ਕਿਸੇ ਨੇ ਅਰਮੰਡ ਨੂੰ ਦੱਸਿਆ ਨੇੜਲੇ ਪਿੰਡ ਵਿੱਚ ਇੱਕ ਚਰਚ ਬਾਰੇ। ਉਹ ਉਸ ਦੀ ਜਾਂਚ ਕਰਨ ਗਏ ਅਤੇ ਸ਼ਨੀਵਾਰ ਨੂੰ ਇੱਕ ਗਰੁੱਪ ਮੀਟਿੰਗ ਲੱਭੀ ਜਿਵੇਂ ਰੇਡੀਓ ਨੇ ਗੱਲ
ਦੱਸੀ ਸੀ। ਛੇਤੀ ਹੀ ਸਾਰਾ ਪਰਿਵਾਰ ਚਰਚ ਵਿੱਚ ਹਰ ਸਬਤ ਵਿੱਚ ਹਾਜ਼ਰੀ ਭਰ ਰਿਹਾ ਸੀ ਅਤੇ ਇਕੱਠੇ ਉਹਨਾਂ ਨੇ ਬਪਤਿਸਮਾ ਲਿਆ 7ਵੇਂ ਦਿਨ ਐਡਵੈਂਟਿਸਟ ਚਰਚ ਦੇ ਵਿੱਚ। ਜਿਵੇਂ ਕਿ ਅਰਮੰਡ ਅਤੇ ਕਲੈਰਿਸ 1 ਲੱਖਾਂ ਲੋਕ ਹਨ ਜੋ ਕਿਸੇ ਅਜਿਹੀ ਚੀਜ਼ ਦੀ ਤਲਾਸ਼ ਕਰ ਰਹੇ ਸਨ ਜਿਸ ਨੂੰ ਉਹ ਪਕੜ ਸਕਦੇ ਸਨ। ਕੋਈ ਅਜਿਹੀ ਚੀਜ਼ ਜੋ ਉਹਨਾਂ ਨੂੰ ਆਸ ਅਤੇ ਸ਼ਾਂਤੀ ਪ੍ਰਦਾਨ ਕਰਦੀ ਹੈ। ਕਈਆਂ ਨੇ ਦੁਨੀਆ 'ਚ ਜੋ ਕੁਝ ਵੀ ਦੇਣਾ ਸੀ ਉਸ ਦੀ ਕੋਸ਼ਿਸ਼ ਕੀਤੀ ਹੈ, ਦੌਲਤ, ਪ੍ਰਸਿੱਧੀ, ਸ਼ਕਤੀ, ਆਨੰਦ ਅਤੇ ਮਨੋਰੰਜਨ। ਫਿਰ ਵੀ ਉਹ ਅਜੇ ਵੀ ਦੇਖਦੇ ਹਨ ਕਿ ਉਹਨਾਂ ਦੇ ਦਿਲ ਖਾਲੀ ਹਨ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਸਮੱਸਿਆਵਾਂ ਨਾਲ ਭਰੀਆਂ ਹੋਈਆਂ ਸਨ। ਨਿਸ਼ਚਿਤ ਤੌਰ ਤੇ ਅਸਲੀ ਈਸਾਈ ਧਰਮ ਦੀ ਭੁੱਖ ਹੈ। ਇਸ ਸਮੇਂ ਹਜ਼ਾਰਾਂ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਤੋਂ ਵੀ ਜ਼ਿਆਦਾ ਕੁਝ ਕਰਨ ਦੀ ਲਾਲਸਾ ਹੈ ਤਾਂ ਜੋ ਸਿਰਫ ਚਰਚ ਲਈ ਹੀ ਨਹੀਂ ਹੈ ਪਰ ਪਰਮੇਸ਼ਰ ਅਤੇ ਸੱਚ ਵੱਲ ਜੁੜਨ ਦੇ ਲਈ ਹੈ। ਕੀ ਅੱਜ ਪਰਮੇਸ਼ਰ ਕੋਲ ਧਰਤੀ ਉੱਤੇ ਇੱਕ ਚਰਚ ਹੈ ਜੋ ਬਾਈਬਲ ਵਿੱਚ ਠੋਸ ਆਧਾਰ ਤੇ ਹੈ? ਕੋਵਿਡ-19 ਵਰਗੀਆਂ ਤਾਜ਼ਾ ਘਟਨਾਵਾਂ ਦੇ ਨਾਲ ਅਤੇ ਸੰਸਾਰ ਭਰ ਦੇ ਵਿੱਚ ਦੰਗੇ ਜਿਹੜੇ ਹੋ ਰਹੇ ਹਨ, ਸ਼ਾਇਦ ਤੁਸੀਂ ਬਾਈਬਲ ਸੱਚ ਨੂੰ ਜਾਣਨ ਲਈ ਬੇਤਾਬ ਮਹਿਸੂਸ ਕਰ ਰਹੇ ਹੋ ਅਤੇ ਪਰਮੇਸ਼ਰ ਦਾ ਚਰਚ ਸਾਨੂੰ ਫਿਰ ਕਿਵੇਂ ਲੱਭਣਾ ਹੈ? ਪਰ ਤੁਸੀਂ ਸਹੀ ਇਹ ਸੱਚ ਕਿਵੇਂ ਲੱਭ ਸਕਦੇ ਹੋ? ਜਦੋਂ ਚਰਚ ਦੇ ਸੈਂਕੜੇ ਲੋਕ ਹੁੰਦੇ ਹਨ ਸੰਸਾਰ ਦੇ ਵਿੱਚ, ਜ਼ਿਆਦਾਤਰ ਦੁਆਰਾ ਪਰਮੇਸ਼ਰ ਦਾ ਸੱਚ ਚਰਚ ਦਾ ਹੋਣ ਦਾ ਦਾਅਵਾ ਕਰਦੇ ਹਨ ਅਤੇ ਸਾਰੇ ਕੁਝ ਵਿਸ਼ੇਸ਼ ਖੇਤਰਾਂ ਵਿੱਚ ਇੱਕੋ ਜਿਹੇ ਹੀ ਹੁੰਦੇ ਹਨ। ਪਰ ਦੂਜਿਆਂ ਵਿੱਚ ਕੀ ਵੱਖਰਾ ਹੈ? ਇਸ ਤੋਂ ਪੂਰਾ ਜੀਵਨ ਪਰ ਲੱਗ ਸਕਦਾ ਹੈ ਸਮਝਣ ਦੇ ਲਈ। ਇਹਨਾਂ ਸਾਰੇ ਗਰੁੱਪਾਂ ਦੀ ਸਿੱਖਿਆਵਾਂ ਦੀ ਜਾਂਚ ਕਰਨ ਦੇ ਲਈ ਇਹ ਬਹੁਤ ਭਾਰੀ, ਨਿਰਾਸ਼ਾਜਨਕ ਅਤੇ ਵਿਅਰਥ ਹੋਵੇਗਾ। ਦੁੱਖ ਦੀ ਗੱਲ ਇਹ ਹੈ ਕਿ ਲੱਖਾਂ ਲੋਕ ਅਜਿਹੀਆਂ ਭਾਵਨਾਵਾਂ ਸਾਂਝੀਆਂ ਕਰਦੇ ਹਨ। ਸ਼ਾਇਦ ਤੁਸੀਂ ਖੁਦ ਅੱਜ ਰਾਤ ਨੂੰ ਇਸ ਤਰ੍ਹਾਂ ਇਸ ਵਿਸ਼ੇ ਤੋਂ ਮਹਿਸੂਸ ਕਰੋਗੇ ਕਿ ਤੁਸੀਂ ਜਾਣਦੇ ਹੋ ਕਿ ਪ੍ਰਕਾਸ਼ਨ ਵਿੱਚ ਰੱਬ ਇਹਨਾਂ ਆਖਰੀ ਦਿਨਾਂ ਦੇ ਲਈ ਇੱਕ ਕਲੀਸਿਆ ਦਾ ਵਰਣਨ ਕਰਦਾ ਹੈ। ਇੱਕ ਵਾਰ ਜਦ ਤੁਸੀਂ ਉਹ ਜਾਣ ਲੈਂਦੇ ਹੋ ਤਾਂ ਉਹ ਕੀ ਕਹਿੰਦਾ ਹੈ, ਤੁਸੀਂ ਉਸਦੇ ਸੱਚੇ ਚਰਚ ਦੀ ਚੋਣ ਆਸਾਨੀ ਨਾਲ ਕਰ ਸਕਦੇ ਹੋ ਸਾਰੇ ਚਰਚਾਂ ਦੇ ਵਿੱਚੋਂ, ਠੀਕ ਉਸੇ ਤਰ੍ਹਾਂ ਜਿਵੇਂ ਤੁਸੀਂ ਆਪਣੇ ਦੇਸ਼ ਦੇ ਝੰਡੇ ਦੀ ਚੋਣ ਆਸਾਨੀ ਨਾਲ ਕਰ ਸਕਦੇ ਹੋ ਹੋਰ ਸਾਰੇ ਝੰਡਿਆਂ ਦੇ ਵਿੱਚੋਂ। ਆਓ ਸਾਡੇ ਵਿਸ਼ੇ ਦੀ ਸਮੀਖਿਆ ਕਰੀਏ। ਜੇ ਇਹ ਬਾਈਬਲ ਦੇ ਵਿੱਚ ਹੈ ਤਾਂ ਮੇਰਾ ਵਿਸ਼ਵਾਸ ਹੈ ਅਤੇ ਜੇ ਬਾਈਬਲ ਇਸ ਨਾਲ ਸਹਿਮਤ ਨਹੀਂ ਹੈ ਤਾਂ ਇਹ ਮੇਰੇ ਲਈ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼ੈਤਾਨ ਘਬਰਾ ਜਾਂਦਾ ਹੈ ਜਦੋਂ ਲੋਕ ਪ੍ਰਗਟਾਵੇ ਦੀ ਕਿਤਾਬ ਦਾ ਅਧਿਐਨ ਕਰਨਾ ਸ਼ੁਰੂ ਕਰਦੇ ਹਨ ਜਿਸ ਨੂੰ ਅਸੀਂ ਪ੍ਰਕਾਸ਼ਿਤ ਕਹਿੰਦੇ ਹਨ। ਉਹ ਜਾਣਦਾ ਹੈ ਕਿ ਪਰਮੇਸ਼ਵਰ ਦੀ ਚਰਚ ਦਾ ਇਸ ਪੁਸਤਕ ਵਿੱਚ ਸਪਸ਼ਟ ਰੂਪ ਵਿੱਚ ਵਰਣਨ ਕੀਤਾ ਗਿਆ ਹੈ। ਉਹ ਹਰ ਕਲਪਨਾ ਕਰਨ ਵਾਲੀ ਚਾਲ ਦੀ ਵਰਤੋਂ ਕਰਦਾ ਹੈ ਤਾਂ ਜੋ ਅਸੀਂ ਇਸ ਦੇ ਅਧਿਐਨ ਨੂੰ ਲੈ ਕੇ ਗੰਭੀਰ ਹੋਣ ਤੋਂ ਬਚ ਸਕੀਏ। ਜੇ ਹਰ ਕੋਈ ਪ੍ਰਕਾਸ਼ਨ ਨੂੰ ਸਮਝਦਾ ਹੈ, ਸ਼ੈਤਾਨ ਦਾ ਰਾਜ ਤੁਰੰਤ ਖਤਰੇ ਵਿੱਚ ਹੋਵੇਗਾ ਅਤੇ ਪਰਮੇਸ਼ਵਰ ਦਾ ਮਹਾਨ ਨਾਂ ਅਤੇ ਉਸਦਾ ਚਰਚ ਉੱਪਰ ਚੁੱਕਿਆ ਜਾਵੇਗਾ ਤੇ ਹੋਰ ਉੱਚਾ ਕੀਤਾ ਜਾਵੇਗਾ। ਜਦੋਂ ਪਰਮੇਸ਼ਵਰ ਨੇ ਸਾਨੂੰ ਬਣਾਇਆ, ਉਸਨੇ ਸਾਡੀ ਆਤਮਾ ਅੰਦਰ ਇੱਕ ਸਹਿਜ ਲਾਲਸਾ ਪੈਦਾ ਕੀਤੀ, ਉਸਨੂੰ ਇੱਛਾ ਰੱਖਣ ਦੀ, ਉਸਨੂੰ ਭੁੱਖ ਰੱਖਣ ਦੀ ਅਤੇ ਉਸਨੂੰ ਉਸਦੇ ਵਚਨ ਦੀ ਪਿਆਸ ਦੇ ਲਈ। ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ, ਈਸਾਈ ਚਰਚ ਦੇ ਇਤਿਹਾਸ ਰਾਹੀਂ ਪਰਮੇਸ਼ਵਰ ਕੋਲ ਹਮੇਸ਼ਾ ਉਸਦੇ ਹੱਕ ਵਿੱਚ ਖੜੇ ਹੋਣ ਦੇ ਲਈ ਇੱਕ ਲੋਕ ਰਹੇ ਹਨ ਅਤੇ ਉਸ ਪੀੜ੍ਹੀ ਨੂੰ ਉਸਦੀ ਸੱਚਾਈ ਦਾ ਐਲਾਨ ਕਰਨ ਦੇ ਲਈ। ਪੁਰਾਣੇ ਨਿਯਮ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਪਰਮੇਸ਼ਵਰ ਆਪਣੇ ਲੋਕਾਂ ਨੂੰ ਹਦਾਇਤ ਕਰਦਾ ਹੈ ਜਿਸ ਵਿੱਚ ਤੁਰਹੀ ਵਰਗੀਆਂ ਆਵਾਜ਼ਾਂ ਹੁੰਦੀਆਂ ਹਨ। ਉਸਦਾ ਨਾਂ, ਉਸਦਾ ਸੱਚ ਜਦੋਂ ਅਸੀਂ ਯਸ਼ਾਇਆ 58 ਪੜ੍ਹਦੇ ਹਾਂ ਉਸ ਵਿੱਚ ਸਾਨੂੰ ਮਿਲਦਾ ਹੈ। ਅਸੀਂ ਪਿੱਛੇ ਨਹੀਂ ਹਟੇ ਤਾਂ ਜੋ ਸੁਸਮਾਚਾਰ ਸੰਦੇਸ਼ਾਂ ਨੂੰ ਸਾਂਝਾ ਕਰਨ ਤੋਂ ਡਰੀਏ। ਸਾਡੀ ਬਾਈਬਲ ਦੇ ਪੰਨੇ ਤੋਂ ਬਾਅਦ ਪੰਨੇ ਵਿੱਚ ਅਸੀਂ ਅਦਭੁਤ ਉਦਾਹਰਨਾਂ ਪੜ੍ਹਦੇ ਹਾਂ ਕਿ ਪਰਮੇਸ਼ਵਰ ਮਨੁੱਖਾਂ ਰਾਹੀਂ ਕਿਵੇਂ ਸ਼ਕਤੀਸ਼ਾਲੀ ਤਰੀਕੇ ਨਾਲ ਕੰਮ ਕਰ ਸਕਦਾ ਹੈ ਜੇ ਅਸੀਂ ਉਸਦੀ ਗੱਲ ਸੁਣਦੇ ਹਾਂ। ਜਦੋਂ ਲੋਕ ਸੱਚਾਈ ਲਈ ਖੜੇ ਹੁੰਦੇ ਹਨ ਅਤੇ ਪ੍ਰਭੂ ਉਹਨਾਂ ਦੀ ਅਗਵਾਈ ਕਰਦਾ ਹੈ ਤਾਂ ਜੋ ਉਹ ਵਫਾਦਾਰ ਹੋਣ, ਉਹ ਉਹਨਾਂ ਨੂੰ ਬਹੁਤ ਇਨਾਮ ਦਿੰਦਾ ਹੈ। ਆਓ ਕਿਸੇ ਪਸੰਦੀਦਾ ਵੱਲ ਵੇਖੀਏ। ਯਹੋਸ਼ੂ ਦੀ ਕਹਾਣੀ ਯਰੀਕੋ ਦੀਆਂ ਕੰਧਾਂ ਹੇਠਾਂ ਡਿੱਗ ਪੈਣੀਆਂ। ਯਹੋਸ਼ੂ 6:1 ਦੀ 27 ਵਿੱਚ ਰਿਕਾਰਡ ਇਹ ਕੀਤਾ ਗਿਆ ਹੈ। ਇੱਕ ਉਦਾਹਰਨ ਸਪਸ਼ਟ ਰੂਪ ਵਿੱਚ ਦਰਸਾਉਂਦੀ ਹੈ ਪਰਮੇਸ਼ਵਰ ਦੀ ਚਮਤਕਾਰੀ ਸ਼ਕਤੀ ਨੂੰ ਜਦੋਂ ਉਸਦੇ ਲੋਕਾਂ ਉਸਦੇ ਦਿਸ਼ਾ ਨਿਰਦੇਸ਼ ਤੇ ਚੱਲਦੇ ਹਨ। ਯਰੀਕੋ ਦੀ ਜਿੱਤਣ ਦੀ ਰਣਨੀਤੀ ਵਿਲੱਖਣ ਸੀ ਅਤੇ ਉਹ ਪਰਮੇਸ਼ਵਰ ਨੇ ਖੁਦ ਨਿਰਧਾਰਿਤ ਕੀਤਾ ਸੀ ਇਹ ਜਿੱਤ ਨੂੰ। ਕੁੰਜੀ ਇਹ ਸੀ ਕਿ ਯਹੋਸ਼ੂ ਨੇ ਪਰਮੇਸ਼ਵਰ ਦੀ ਹਦਾਇਤਾਂ ਦੀ ਪਾਲਣਾ ਕੀਤੀ ਅਤੇ ਸਾਨੂੰ ਵੀ ਅਜਿਹਾ ਕਰਨ ਦੀ ਲੋੜ ਹੈ ਜਿਵੇਂ ਵਚਨ 'ਚ ਲਿਖਿਆ ਹੈ। ਯਰੀਹੋ ਇਸ ਇਲਾਕੇ ਦਾ ਬਹੁਤ ਮਜ਼ਬੂਤ ਕਿਲਾ ਸੀ, ਅਮੀਰ ਮਹਿਲ ਅਤੇ ਆਲੀਸ਼ਾਨ ਮੰਦਰ। ਇਸ ਦੇਸ਼ ਵਿੱਚ ਉਪਵਿਅਤਾ ਅਤੇ ਮੂਰਤੀ ਪੂਜਾ ਦਾ ਬੋਲਬਾਲਾ ਸੀ। ਇਹ ਸਭ ਰੱਬ ਦੇ ਵਿਰੁੱਧ ਸੀ। ਇਸ ਲਈ ਮਸੀਹ ਯਹੋਸ਼ੂ ਕੋਲ ਨਜ਼ਰ ਆਇਆ ਅਤੇ ਇੱਕ ਅਜਿੱਤ ਸ਼ਹਿਰ ਉੱਤੇ ਜਿੱਤ ਦਾ ਵਾਅਦਾ ਉਸਨੇ ਕੀਤਾ। ਰੱਬੀ ਹੁਕਮ ਦੇ ਸਿੱਧੇ ਆਗਿਆਕਾਰੀ ਹੋਣ ਦੇ ਨਾਲ ਯਹੋਸ਼ੂ ਨੇ ਫੌਜਾਂ ਨੂੰ ਮਾਰਸ਼ਲ ਕੀਤਾ। ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਕੋਈ ਹਮਲਾ ਨਹੀਂ ਕੀਤਾ ਜਾਣਾ ਚਾਹੀਦਾ। ਪਰਮੇਸ਼ਵਰ ਦੀ ਯੋਜਨਾ ਸਭ ਤੋਂ ਵੱਧ ਅਣਕਿਆਸੇ ਢੰਗ ਨਾਲ ਵਰਤਣ ਦੀ ਸੀ। ਕਾਰਵਾਈ ਦਾ ਨਿਰਦੋਸ਼ ਤਰੀਕਾ, ਉਸਦੇ ਤਰੀਕੇ ਹਮੇਸ਼ਾ ਸਭ ਤੋਂ ਵਧੀਆ ਹੁੰਦੇ ਹਨ ਅਤੇ ਉਹ ਹਮੇਸ਼ਾ ਸਾਡੇ ਤਰੀਕੇ ਨਹੀਂ ਹੁੰਦੇ।
ਜਦੋਂ ਲੋਕ ਆਖਰਕਾਰ ਚੀਕਦੇ ਰਹੇ, ਵਿਸ਼ਾਲ ਕੰਧਾਂ ਤੁਰੰਤ ਢਹਿ ਗਈਆਂ ਤੇ ਪਰਮੇਸ਼ਵਰ ਦੇ ਹੁਕਮਾਂ ਨੂੰ ਸਦਾ ਦੀ ਜਿੱਤ ਦਾ ਕਾਰਨ ਬਣਾ ਦਿੱਤਾ ਗਿਆ। ਜਦੋਂ ਅਸੀਂ ਅਚਲ ਸੰਭਾਵਨਾਵਾਂ ਦਾ ਸਾਹਮਣਾ ਕਰਦੇ ਹਾਂ, ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਸਾਡੀ ਯਰੀਹੋ ਜਿੱਤ ਸਿਰਫ ਉਦੋਂ ਹੀ ਅਸੀਂ ਜਿੱਤਦੇ ਹਾਂ ਜਦੋਂ ਅਸੀਂ ਵਫਾਦਾਰ ਹੁੰਦੇ ਹਾਂ। ਪਰਮੇਸ਼ਵਰ ਦੇ ਤਰੀਕੇ ਅਤੇ ਮਨੁੱਖ ਦੇ ਤਰੀਕੇ ਵਿੱਚ ਬਹੁਤ ਵੱਡਾ ਅੰਤਰ ਹੈ। ਫੌਜੀ ਨਜ਼ਰੀਏ ਤੋਂ ਯਰੀਹੋ ਨੂੰ ਤੂਫਾਨ ਦੇ ਨਾਲ ਤਰਕੀਹਨ ਸੀ, ਸਰਲ ਮਾਰਚਿੰਗ ਅਤੇ ਤੁਰਹੀ ਦੇ ਧਮਾਕਿਆਂ ਦੇ ਨਾਲ। ਪਰ ਸਾਨੂੰ ਪਰਮੇਸ਼ਵਰ ਦੇ ਉਦੇਸ਼ਾਂ ਜਾਂ ਨਿਰਦੇਸ਼ਾਂ ਬਾਰੇ ਕਦੇ ਵੀ ਸਵਾਲ ਨਹੀਂ ਕਰਨਾ ਚਾਹੀਦਾ। ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪਰਮੇਸ਼ਵਰ ਉਹੀ ਹੈ ਜੋ ਸਾਨੂੰ ਕਹਿੰਦਾ ਹੈ ਅਤੇ ਉਹੀ ਕਰੇਗਾ ਜੋ ਉਸਨੇ ਸਾਨੂੰ ਕਿਹਾ ਹੈ ਕਰਨ ਦੇ ਲਈ। ਇਹ ਕਹਾਣੀ ਬਹੁਤ ਹੀ ਸੁੰਦਰ ਤਰੀਕੇ ਨਾਲ ਦਰਸਾਉਂਦੀ ਹੈ ਕਿ ਪਰਮੇਸ਼ਵਰ ਆਪਣੇ ਹਰ ਵਾਅਦੇ ਨੂੰ ਕਿਵੇਂ ਪੂਰਾ ਕਰਦਾ ਹੈ, ਹਮੇਸ਼ਾ ਤੋਂ ਹੀ ਔਰ ਹਮੇਸ਼ਾ ਲਈ। ਯਰੀਹੋ ਦੀਆਂ ਕੰਧਾਂ ਇਸ ਲਈ ਡਿੱਗ ਪਈਆਂ ਕਿਉਂਕਿ ਪਰਮੇਸ਼ਵਰ ਨੇ ਕਿਹਾ ਸੀ ਕਿ ਉਹ ਹੋਣਗੀਆਂ। ਅੱਜ ਸਾਡੇ ਨਾਲ ਪਰਮੇਸ਼ਵਰ ਦੇ ਵਾਅਦੇ ਉਨੇ ਹੀ ਨਿਸ਼ਚਿਤ ਹਨ ਦੋਸਤੋ। ਉਹ ਬਹੁਤ ਹੀ ਮਹਾਨ ਅਤੇ ਅਦਭੁਤ ਅਤੇ ਕੀਮਤੀ ਹਨ। ਸਾਨੂੰ ਕੇਵਲ ਪਰਮੇਸ਼ਵਰ ਦੀ ਇੱਛਾ ਵਿੱਚ ਸਾਧਨ ਹੋਣੇ ਚਾਹੀਦੇ ਹਨ। ਜਿਵੇਂ ਨੂਹ ਨੇ ਸੁਣਿਆ ਅਤੇ ਪਰਮੇਸ਼ਵਰ ਦੀ ਹਦਾਇਤਾਂ ਦੀ ਪਾਲਣਾ ਕੀਤੀ 120 ਸਾਲ ਮਿਆਦ ਤੋਂ ਵੱਧ। ਹੁਣ ਇਹ ਬਹੁਤ ਸਬਰ ਅਤੇ ਸਮਰਪਣ ਹੈ। ਨੂਹ ਨੇ ਹਾਰ ਨਹੀਂ ਮੰਨੀ ਅਤੇ ਕਿਹਾ, ਤੂੰ ਇੰਨਾ ਲੰਮਾ ਸਮਾਂ ਕਿਉਂ ਲੈ ਰਿਹਾ ਹੈ? ਨਹੀਂ, ਨੂਹ ਨੂੰ ਰੱਬ ਨਾਲ ਆਪਣੀ ਦੋਸਤੀ ਤੇ ਭਰੋਸਾ ਸੀ ਅਤੇ ਇਸ ਦੇ ਕਾਰਨ ਆਖਿਰਕਾਰ ਉਸ ਨੂੰ ਬਚਾਇਆ ਗਿਆ। ਯਿਸੂ ਲੂਕਾ ਵਿੱਚ ਕਹਿੰਦਾ ਹੈ, ਅਤੇ ਜਿਵੇਂ ਨੋਹਾਂ ਦੇ ਦਿਨਾਂ ਵਿੱਚ ਸੀ, ਇਸ ਲਈ ਇਹ ਵੀ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਹੋਗਾ। ਇਸ ਲਈ ਉਹ ਇੱਕ ਦੂਜੇ ਤੋਂ ਆਉਣ ਤੋਂ ਠੀਕ ਪਹਿਲਾਂ ਦਾ ਸਮਾਂ ਕਹਿੰਦਾ ਹੈ। ਇਹ ਨੋਹਾਂ ਦੇ ਦਿਨ ਵਰਗਾ ਹੋਊਗਾ ਉਹਦਾ ਦੂਜੇ ਆਗਮਨ ਤੋਂ ਪਹਿਲਾਂ। ਨੋਹਾਂ ਦੇ ਦਿਨ ਵਿੱਚ ਬਚ ਨਿਕਲਣ ਦੇ ਕਿੰਨੇ ਤਰੀਕੇ ਸਨ? ਕੇਵਲ ਇੱਕ। ਉਤਪਤੀ 7:1 ਕਹਿੰਦੀ ਹੈ, ਤਦ ਪ੍ਰਭੂ ਨੇ ਨੂਹ ਨੂੰ ਕਿਹਾ, ਬੇੜੀ ਵਿੱਚ ਆ ਤੂੰ ਅਤੇ ਆਪਣਾ ਪੂਰਾ ਘਰਾਨਾ ਲੈ ਕੇ, ਕਿਉਂਕਿ ਮੈਂ ਦੇਖਿਆ ਹੈ ਕਿ ਤੁਸੀਂ ਧਰਮੀ ਹੋ ਇਸ ਪੀੜ੍ਹੀ ਦੇ ਵਿੱਚ ਮੇਰੇ ਸਾਹਮਣੇ। ਨੂਹ ਦੇ ਦਿਨ ਵਿੱਚ ਕੇਵਲ 8 ਹੀ ਸੁਰੱਖਿਆ ਦੀ ਬੇੜੀ ਵਿੱਚ ਪਰਮੇਸ਼ਵਰ ਦਾ ਰਸਤਾ ਚੁਣਦੇ ਹਨ। ਆਖਰੀ ਦਿਨਾਂ ਵਿੱਚ ਬਾਈਬਲ ਕਹਿੰਦੀ ਹੈ ਕਿ ਸੁਰੱਖਿਆ ਦੀ ਬੇੜੀ ਪਰਮੇਸ਼ਵਰ ਦਾ ਸੱਚਾ ਚਰਚ ਹੈ ਜੋ ਪਰਮੇਸ਼ਵਰ ਦੀਆਂ ਸਾਰੀਆਂ ਸੱਚਾਈਆਂ ਦੇ ਹੱਕ ਦੇ ਵਿੱਚ ਹੈ। ਕੀ ਪਰਮੇਸ਼ਵਰ ਦਾ ਸੁਰੱਖਿਆ ਲਈ ਇੱਕ ਪਾਸੀ ਸੁਨੇਹਾ ਸੀ ਜੋ ਨੂਹ ਰਾਹੀਂ ਪ੍ਰਚਾਰ ਕੀਤਾ ਗਿਆ ਸੰਸਾਰ ਵਿੱਚ ਪ੍ਰਸਿੱਧ ਹੈ? ਨਹੀਂ। ਮੱਤੀ 7:13-16 ਕਹਿੰਦੀ ਹੈ, ਤੰਗ ਦਰਵਾਜ਼ੇ ਦੇ ਕੋਲ ਦਾਖਲ ਹੋ ਜਾਓ ਕਿਉਂਕਿ ਚੌੜਾ ਦਰਵਾਜ਼ਾ ਉਹ ਹੈ ਜੋ ਸਾਨੂੰ ਤਬਾਹੀ ਵੱਲ ਲੈ ਕੇ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਉਹ ਹੁੰਦੇ ਹਨ ਜੋ ਇਸ ਦੇ ਅੰਦਰ ਜਾਂਦੇ ਹਨ। ਕਿਉਂਕਿ ਤੰਗ ਹੈ ਉਹ ਰਸਤਾ ਅਤੇ ਮੁਸ਼ਕਿਲ ਹੈ ਉਹ ਤਰੀਕਾ ਜਿਸ ਨਾਲ ਜੀਵਨ ਨੂੰ ਅੱਗੇ ਵਧਾਇਆ ਜਾਂਦਾ ਹੈ ਅਤੇ ਬਹੁਤ ਘੱਟ ਲੋਕ ਹਨ ਜੋ ਇਸ ਨੂੰ ਲੱਭਦੇ ਹਨ। ਝੂਠੇ ਪੈਗੰਬਰਾਂ ਤੋਂ ਸੁਚੇਤ ਰਹੋ ਜੋ ਭੇਡਾਂ ਦੇ ਕੱਪੜੇ ਪਾ ਕੇ ਤੁਹਾਡੇ ਕੋਲ ਆਉਂਦੇ ਹਨ ਪਰ ਅੰਦਰੋਂ ਉਹ ਭੇੜੀਏ ਹਨ। ਤੁਸੀਂ ਉਹਨਾਂ ਨੂੰ ਉਹਨਾਂ ਦਾ ਫਲ ਦੇ ਨਾਲ ਜਾਣੋਗੇ। ਪੌਲਸ ਨੇ ਕਿਹਾ, ਯਿਸੂ ਕੋਲ ਕਿੰਨੇ ਧਰਮ ਜਾਂ ਚਰਚ ਹਨ? ਇਫੀਸੀਅਨ 4:5। ਇੱਕ ਪ੍ਰਭੂ, ਇੱਕ ਮਤ, ਇੱਕ ਬਪਤਿਸਮਾ। ਯਿਸੂ ਦੇ ਆਉਣ ਤੋਂ ਪਹਿਲਾਂ ਦੇ ਆਖਰੀ ਪਲਾਂ ਵਿੱਚ 2 ਗਰੁੱਪ ਬਣਨਗੇ। ਮਨੁੱਖ ਦੇ ਪ੍ਰਸਿੱਧ ਸ਼ਬਦ ਦਾ ਅਨੁਸਰਨ ਕਰਨ ਵਾਲਾ ਇੱਕ ਗਰੁੱਪ ਅਤੇ ਇੱਕ ਸਮੂਹ ਪਰਮੇਸ਼ਵਰ ਦੇ ਸਦੀਵੀ ਵਚਨ ਦਾ ਅਨੁਸਰਨ ਕਰਨ ਵਾਲਾ, ਜਿਵੇਂ ਨੋਹਾਂ ਦੇ ਦਿਨ ਵਿੱਚ ਹੋਇਆ ਸੀ। ਪਰਮੇਸ਼ਵਰ ਕੋਲ ਇੱਕ ਕਿਸ਼ਤੀ ਜਾਂ ਚਰਚ ਹੈ ਜੋ ਸੁਰੱਖਿਆ ਵੱਲ ਜਾ ਰਿਹਾ ਹੈ। ਇਹ ਯਕੀਨੀ ਬਣਾਓ ਕਿ ਤੁਸੀਂ ਸਹੀ ਕਿਸ਼ਤੀ ਤੇ ਚੜ ਰਹੇ ਹੋ। ਯਿਸੂ ਦੀ ਮੌਤ ਉਸਦੇ ਰਾਜ ਵਿੱਚ ਆਪਣੇ ਚਰਚ ਨੂੰ ਲਿਆਉਣ ਲਈ ਹੋਈ। ਇਫੀਸੀਅਨ 5:25-27 ਕਹਿੰਦੀ ਹੈ, ਪਤੀ ਆਪਣੇ ਪਤਨੀਆਂ ਨਾਲ ਪਿਆਰ ਕਰੋ ਜਿਵੇਂ ਮਸੀਹ ਨੂੰ ਵੀ ਚਰਚ ਨਾਲ ਪਿਆਰ ਸੀ ਅਤੇ ਇਸ ਦੇ ਲਈ ਆਪਣੇ ਆਪ ਨੂੰ ਉਸਨੇ ਦੇ ਦਿੱਤਾ। ਉਹ ਇਸ ਨੂੰ ਪਵਿੱਤਰ ਕਰਦਾ ਹੈ ਅਤੇ ਇਸ ਨੂੰ ਸਾਫ਼ ਕਰਦਾ ਹੈ। ਸੰਸਾਰ ਦੁਆਰਾ ਪਾਣੀ ਧੋਣ ਦੇ ਨਾਲ ਉਹ ਇਸ ਨੂੰ ਆਪਣੇ ਸਾਹਮਣੇ ਇੱਕ ਸ਼ਾਨਦਾਰ ਚਰਚ ਪੇਸ਼ ਕਰਦਾ ਹੈ। ਧੱਬੇ ਜਾਂ ਝੁਰੀਆਂ ਜਾਂ ਕੋਈ ਅਜਿਹੀ ਚੀਜ਼ ਨਾ ਹੋਣਾ, ਪਰ ਇੱਕ ਪਵਿੱਤਰ ਅਤੇ ਬਿਨਾਂ ਦਾਗ ਦੇ ਹੋਣਾ ਚਾਹੀਦਾ ਹੈ। ਨਵੇਂ ਨਿਯਮ ਦੇ ਦਿਨਾਂ ਵਿੱਚ ਲੋਕ ਪਤਰਸ ਨੇ ਜ਼ੋਰਦਾਰ ਪ੍ਰਚਾਰ ਕੀਤਾ। ਪੈਂਤੇਕੋਸਤ ਵਾਲੇ ਦਿਨ 3000 ਦਾ ਬਪਤਿਸਮਾ ਹੋਇਆ। ਜਦੋਂ ਉਹਨਾਂ ਦਾ ਬਪਤਿਸਮਾ ਕੀਤਾ ਗਿਆ, ਉਹ ਬਾਹਰ ਨਿਕਲ ਆਏ ਅਤੇ ਆਪਣੇ ਹੁਕਮਾਂ ਨੂੰ ਕਾਇਮ ਰੱਖਣ ਲਈ ਪਰਮੇਸ਼ਵਰ ਦੇ ਵਿਸ਼ੇਸ਼ ਲੋਕ ਬਣ ਗਏ। ਪਹਿਲਾ ਪਤਰਸ 2:9 ਕਹਿੰਦਾ ਹੈ, ਪਰ ਤੁਸੀਂ ਇੱਕ ਚੁਣੀ ਹੋਈ ਪੀੜ੍ਹੀ ਹੋ, ਸ਼ਾਹੀ ਯਾਜਕ, ਇੱਕ ਪਵਿੱਤਰ ਰਾਸ਼ਟਰ, ਉਸਦੇ ਆਪਣੇ ਵਿਸ਼ੇਸ਼ ਲੋਕ। ਕੀ ਤੁਸੀਂ ਉਸਦੀ ਤਾਰੀਫ ਦਾ ਐਲਾਨ ਕਰ ਸਕਦੇ ਹੋ? ਉਸਦੇ ਦਿਨ ਜਿਸ ਨੇ ਤੁਹਾਨੂੰ ਹਨੇਰੇ ਤੋਂ ਬਾਹਰ ਬੁਲਾਇਆ ਉਸਦੀ ਅਦਭੁਤ ਰੋਸ਼ਨੀ ਵਿੱਚ ਹੋਣ ਲਈ। ਪਰਮੇਸ਼ਵਰ ਦੇ ਵਿਸ਼ੇਸ਼ ਲੋਕਾਂ ਵਿੱਚ ਹਮੇਸ਼ਾ ਆਗਿਆਕਾਰਿਤਾ ਹੁੰਦੀ ਸੀ। ਉਹ ਉਸਨੂੰ ਇੰਨਾ ਪਿਆਰ ਕਰਦੇ ਸਨ ਕਿ ਉਹ ਉਸਦੇ ਵਚਨ ਨੂੰ ਮੰਨਣ ਦੇ ਲਈ ਤਿਆਰ ਸਨ। ਇੱਕ ਗਰੁੱਪ ਬਹੁ ਗਿਣਤੀ ਤੋਂ ਤਿਆਰ ਹੋ ਗਿਆ ਸੀ, ਇੱਕ ਹੁਕਮ ਮੰਨਣ ਵਾਲਾ। ਰੱਬ ਨੇ ਉਹਨਾਂ ਨੂੰ ਹਨੇਰੇ ਤੋਂ ਪ੍ਰਕਾਸ਼ ਤੇ ਬੁਲਾਇਆ, ਝੂਠ ਤੋਂ ਸੱਚ ਤੱਕ,
ਹੁਕਮ ਤੋੜਨ ਤੋਂ ਹੁਕਮ ਮੰਨਣ ਵਾਲੇ ਤੱਕ, ਉਸ ਦੇ ਨਾਲ ਡੂੰਘਾ ਰਿਸ਼ਤਾ ਕਾਇਮ ਕਰਨ ਦੇ ਲਈ। ਜਦੋਂ ਕੁਝ ਲੋਕ ਇਸ ਤਰ੍ਹਾਂ ਦੀਆਂ ਮੀਟਿੰਗਾਂ ਦੀਆਂ ਇੱਕ ਲੜੀ ਨੂੰ ਸੁਣਦੇ ਹਨ ਅਤੇ ਉਹਨਾਂ ਦਾ ਨਵਾਂ ਸੱਚ ਸਿੱਖਦੇ ਹਨ, ਉਹ ਸੰਘਰਸ਼ ਵਿੱਚ ਗੁਜ਼ਰਦੇ ਹਨ। ਉਹ ਪਰਮੇਸ਼ਵਰ ਦੇ ਵਚਨ ਤੋਂ ਨਵੀਆਂ ਸੱਚਾਈਆਂ ਦੀ ਖੋਜ ਕਰਦੇ ਹਨ ਅਤੇ ਇੱਕ ਟਕਰਾਅ ਪੈਦਾ ਕਰਦੇ ਹਨ, ਕਿਉਂਕਿ ਉਹ ਇਹਨਾਂ ਨੂੰ ਤਬਦੀਲੀ ਕਰਨ ਦੇ ਲਈ ਬੁਲਾਉਂਦਾ ਹੈ। ਮਨ ਵਿੱਚ ਇੱਕ ਲੜਾਈ ਹੁੰਦੀ ਹੈ। ਉਹ ਹੈਰਾਨ ਹੁੰਦੇ ਹਨ ਨਵੇਂ ਸੱਚ ਦੀ ਪਾਲਣਾ ਕਰਨ ਲਈ। ਕੀ ਮੈਨੂੰ ਉਸ ਹਰ ਚੀਜ਼ ਤੋਂ ਇਨਕਾਰ ਕਰਨਾ ਪਵੇਗਾ ਜੋ ਮੈਂ ਪਹਿਲਾਂ ਵਿਸ਼ਵਾਸ ਕਰਦਾ ਸੀ? ਨਿਸ਼ਚਿਤ ਤੌਰ ਤੇ ਨਹੀਂ। ਉਸ ਅਤੀਤ ਤੋਂ ਪਿੱਛੇ ਮੁੜ ਕੇ ਦੇਖੋ ਅਤੇ ਕਹੋ, ਮੈਂ ਇਸ ਲਈ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ। ਹਰ ਚਰਚ ਵਿੱਚ ਕੁਝ ਸੱਚ ਹੈ, ਕੁਝ ਪ੍ਰਕਾਸ਼ ਹੈ ਜੋ ਪਰਮੇਸ਼ਵਰ ਤੋਂ ਹੈ। ਹਾਲਾਂਕਿ ਅਸੀਂ ਆਪਣੇ ਅਤੀਤ ਦੀ ਕਦਰ ਕਰ ਸਕਦੇ ਹਾਂ। ਅਸੀਂ ਆਪਣੇ ਆਪ ਨੂੰ ਫੋਲੋ ਕਰਨ ਲਈ ਵਚਨਬੱਧ ਹਾਂ। ਅੱਜ ਜੋ ਵੀ ਸੱਚ ਪਰਮੇਸ਼ਵਰ ਦੇ ਕੋਲ ਹੈ, ਜੇ ਤੁਹਾਡਾ ਪਾਲਣ ਪੋਸ਼ਣ ਮੈਥੋਡਿਸਟ ਵਜੋਂ ਹੋਇਆ ਸੀ, ਇੱਕ ਬੈਪਟਿਸਟ ਜਾਂ ਪੈਂਟੀਕੋਸਟਲ ਕਿਉਂ ਨਾ ਕਹੋ, ਰੱਬਾ ਜਿਸ ਰਾਹ ਤੇ ਤੁਸੀਂ ਮੈਨੂੰ ਅਗਵਾਈ ਕੀਤੀ ਸੀ ਉਸ ਲਈ ਤੁਹਾਡਾ ਧੰਨਵਾਦ। ਹੁਣ ਮੈਂ ਹੋਰ ਰੋਸ਼ਨੀ ਸਵੀਕਾਰ ਕਰਾਂਗਾ ਕਿਉਂਕਿ ਤੁਸੀਂ ਮੈਨੂੰ ਹੋਰ ਸੱਚਾਈ ਦਿੱਤੀ ਹੈ। ਇਸ ਲਈ ਤੁਸੀਂ ਇਨਕਾਰ ਨਹੀਂ ਕਰ ਰਹੇ ਹੋ ਕੋਈ ਵੀ ਚੀਜ਼ ਜੋ ਤੁਹਾਡੀ ਪਿਛਲੀ ਵਿਰਾਸਤ ਵਿੱਚ ਸੱਚ ਸੀ। ਤੁਸੀਂ ਹੁਣੇ ਉਹਨਾਂ ਗਲਤੀਆਂ ਨੂੰ ਛੱਡ ਕੇ ਜਿਨ੍ਹਾਂ ਨੂੰ ਤੁਸੀਂ ਸਵੀਕਾਰ ਕੀਤਾ ਸੀ, ਪਰ ਤੁਸੀਂ ਹੁਣ ਸੱਚ ਵਿੱਚ ਆਏ ਹੋ ਕਿਉਂਕਿ ਤੁਸੀਂ ਆਪਣੇ ਆਪ ਨੂੰ ਉਸਨੂੰ ਸੌਂਪ ਦਿੱਤਾ ਹੈ। ਤੁਸੀਂ ਬਸ ਛੱਡ ਰਹੇ ਹੋ ਉਹਨਾਂ ਚੀਜ਼ਾਂ ਨੂੰ ਜੋ ਪਰਮੇਸ਼ਵਰ ਦੇ ਵਚਨ ਨਾਲ ਮੇਲ ਨਹੀਂ ਖਾਂਦੀਆਂ। ਪਰਮੇਸ਼ਵਰ ਸਾਨੂੰ ਬੁਲਾ ਰਿਹਾ ਹੈ ਤੇ ਤੁਸੀਂ ਅੱਗੇ ਵੱਧ ਰਹੇ ਹੋ ਸੱਚ ਦੀ ਸੰਪੂਰਨਤਾ ਦੇ ਵਿੱਚ, ਕਿਉਂਕਿ ਪਰਮੇਸ਼ਵਰ ਕੋਲ ਕੇਵਲ ਇੱਕ ਹੀ ਸੱਚਾ ਚਰਚ ਹੈ ਜੋ ਉਸਨੂੰ ਬਚਾਏਗਾ। ਇਮਾਨਦਾਰ ਈਸਾਈਆਂ ਨਾਲ ਕੀ ਹੋਵੇਗਾ ਹੋਰ ਚਰਚਾਂ ਵਿੱਚ? ਯਹੂਨਾ 10 ਉਸਦੀ 16 ਅਤੇ 27। ਅਤੇ ਹੋਰ ਭੇਡਾਂ ਜੋ ਮੇਰੇ ਕੋਲ ਹਨ ਉਹ ਨਹੀਂ ਹਨ, ਉਹ ਵੀ ਮੈਨੂੰ ਲੈ ਕੇ ਆਉਣੀਆਂ ਹਨ, ਜੋ ਮੇਰੀ ਆਵਾਜ਼ ਸੁਣਦੇ ਹਨ। ਅਤੇ ਇੱਕ ਝੁੰਡ ਅਤੇ ਇੱਕ ਚਰਵਾਹਾ ਹੋਏਗਾ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਅਤੇ ਮੈਨੂੰ ਜਾਣਦੀਆਂ ਹਨ ਅਤੇ ਉਹ ਮੇਰੇ ਪਿੱਛੇ ਚੱਲਦੇ ਹਨ। ਇੱਥੇ ਯੀਸ਼ੂ ਨੂੰ ਇੱਕ ਝੁੰਡ ਦੇ ਨਾਲ ਵਧੀਆ ਚਰਵਾਹੇ ਵਜੋਂ ਚਿਤਰਿਤ ਕੀਤਾ ਗਿਆ ਹੈ। ਉਸਦੇ ਲੋਕ ਉਸਦੀ ਕੀਮਤੀ ਭੇਡਾਂ ਹਨ, ਉਸਦਾ ਚਰਚ ਹੈ ਅਤੇ ਉਹ ਉਸਦੀ ਤਹਿ ਹਨ। ਯੀਸ਼ੂ ਸਾਫ਼ ਕਹਿੰਦਾ ਹੈ ਕਿ ਉਸਦੀਆਂ ਕੁਝ ਭੇਡਾਂ ਅਜੇ ਉਸਦੇ ਚਰਚ ਵਿੱਚ ਨਹੀਂ ਹਨ, ਪਰ ਉਹ ਉਹਨਾਂ ਨੂੰ ਬੁਲਾਵੇਗਾ ਅਤੇ ਉਸਦਾ ਪਿੱਛਾ ਉਸਦੇ ਚਰਚ ਵਿੱਚ ਕਰਨਗੇ। ਯਹੂਨਾ 17:17 ਕਹਿੰਦੀ ਹੈ, ਇਹਨਾਂ ਨੂੰ ਆਪਣੇ ਸੱਚ ਨਾਲ ਪਵਿੱਤਰ ਕਰੋ, ਤੇਰਾ ਵਚਨ ਸੱਚ ਹੈ। ਯਹੂਨਾ 8:32 ਅਤੇ ਤੁਹਾਨੂੰ ਸੱਚਾਈ ਪਤਾ ਲੱਗ ਜਾਵੇਗੀ ਅਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ। ਦੋਸਤੋ, ਜੇ ਅਸੀਂ ਖੁੱਲੇ ਮਨ ਨਾਲ ਪਰਮੇਸ਼ਵਰ ਕੋਲ ਆਉਂਦੇ ਹਾਂ, ਇੱਕ ਇੱਛਾ ਭਾਵਨਾ ਅਤੇ ਇਮਾਨਦਾਰ ਦਿਲ ਦੇ ਨਾਲ, ਉਹ ਸਾਨੂੰ ਆਪਣਾ ਸੱਚ ਦੱਸੇਗਾ। ਪਰ ਜੇ ਮੈਂ ਆਪਣੇ ਵਿਚਾਰਾਂ ਵਿੱਚ ਬੰਦ ਹੋ ਜਾਂਦਾ ਹਾਂ ਜਾਂ ਜਾਂਦੀ ਹਾਂ ਜਾਂ ਸਿਰਫ ਆਪਣੀ ਸਥਿਤੀ ਨੂੰ ਸਾਬਤ ਕਰਨ ਦੀ ਇੱਛਾ ਕਰਦੀ ਹਾਂ, ਫਿਰ ਮੈਂ ਹੋਰ ਸੱਚ ਨੂੰ ਸਮਝਣ ਲਈ ਅਯੋਗ ਹੋ ਜਾਵਾਂਗੀ ਜਾਂ ਜਾਵਾਂਗਾ ਅਤੇ ਉਸਦੀ ਇੱਛਾ ਦੀ ਖੋਜ ਵੀ ਨਹੀਂ ਕਰ ਪਾਵਾਂਗੇ। ਮੈਂ ਆਪਣੇ ਵਿਚਾਰ ਉਸ ਨੂੰ ਪ੍ਰਭਾਵਿਤ ਕਰਨਗੇ ਜੋ ਉਸਦੇ ਸ਼ਬਦ ਵਿੱਚ ਮੈਂ ਪੜ੍ਹਿਆ ਹੈ। ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ, ਪ੍ਰਭੂ ਮੈਨੂੰ ਸੱਚ ਦਿਖਾਓ, ਭਾਵੇਂ ਇਹ ਉਸ ਚੀਜ਼ ਨਾਲੋਂ ਵੱਖਰੀ ਹੈ ਜਿਸ ਤੇ ਮੈਂ ਪਹਿਲਾਂ ਵਿਸ਼ਵਾਸ ਕਰ ਚੁੱਕੀ ਹਾਂ ਜਾਂ ਚੁੱਕਾ ਹਾਂ। ਉਸਦੇ ਪਵਿੱਤਰ ਆਤਮਾ ਰਾਹੀਂ ਉਹ ਆਪਣੀ ਇੱਛਾ ਅਤੇ ਆਪਣੇ ਤਰੀਕੇ ਦਾ ਖੁਲਾਸਾ ਕਰੇਗਾ। ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਦੇ ਵਫਾਦਾਰ ਲੋਕਾਂ ਦਾ ਵਰਣਨ ਕਰਦਾ ਹੈ ਜੋ ਕਿਸੇ ਵੀ ਕੀਮਤ ਤੇ ਸੱਚ ਦੇ ਨਾਲ ਜੁੜੇ ਰਹਿੰਦੇ ਹਨ। ਪ੍ਰਕਾਸ਼ਨ 12ਵਾਂ ਅਧਿਆਇ ਬਾਈਬਲ ਵਿੱਚ ਕਿਸੇ ਵੀ ਥਾਂ ਨਾਲੋਂ ਵਧੇਰੇ ਸਪਸ਼ਟ ਰੂਪ ਵਿੱਚ ਵਰਣਨ ਕੀਤਾ ਗਿਆ ਹੈ ਈਸਾਈ ਚਰਚ ਦਾ ਇਤਿਹਾਸ। ਫਿਲਮ ਵਾਂਗ ਇਹ ਸਾਨੂੰ ਪਰਮੇਸ਼ਵਰ ਦੀ ਯੋਜਨਾ ਅਤੇ ਲੋਕਾਂ ਨੂੰ ਦਿਖਾਉਂਦਾ ਹੈ ਸਦੀਆਂ ਤੋਂ ਹੇਠਾਂ ਜੋ ਸ਼ੈਤਾਨ ਦੇ ਭਿਆਨਕ ਹਮਲਿਆਂ ਦੇ ਵਿੱਚ ਹਨ। ਇਹ ਸਾਨੂੰ ਬਿਨਾਂ ਸ਼ੱਕ ਦੇ ਪਰਛਾਵੇਂ ਤੋਂ ਪ੍ਰਗਟ ਕਰਦਾ ਹੈ ਪਛਾਣ ਕਰਨ ਵਾਲੀ ਵਿਸ਼ੇਸ਼ਤਾਵਾਂ ਲੋਕਾਂ ਦੇ ਇਸ ਵਿਸ਼ੇਸ਼ ਸਮੂਹ ਨੂੰ ਜੋ ਅੱਜ ਪਰਮੇਸ਼ਵਰ ਦਾ ਚਰਚ ਕਿਹਾ ਜਾਂਦਾ ਹੈ। ਅਧਿਆਇ 12 ਦੇ ਆਰੰਭ ਵਿੱਚ ਇੱਕ ਔਰਤ ਦਾ ਵਰਣਨ ਕੀਤਾ ਜਾਂਦਾ ਹੈ, ਇੱਕ ਔਰਤ ਜੋ ਸਵਰਗ ਵਿੱਚ ਨਜ਼ਰ ਆਉਂਦੀ ਹੈ ਮਸੀਹ ਦੀ ਦੁਲਹਨ ਦੇ ਤੌਰ ਤੇ। ਅਸੀਂ ਸਿੱਖਿਆ ਸੀ ਕਿ ਇੱਕ ਔਰਤ ਬਾਈਬਲ ਦੀ ਭਵਿੱਖਬਾਣੀ ਵਿੱਚ ਚਰਚ ਦੀ ਪ੍ਰਤੀਨਿਧਤਾ ਕਰਦੀ ਹੈ। ਨੇਕੀ ਅਤੇ ਬੁਰਾਈ ਵਿਚਕਾਰ ਇੱਕ ਵੱਡੀ ਲੜਾਈ ਸ਼ੁਰੂ ਹੋ ਜਾਂਦੀ ਹੈ। 12:9 ਇਸ ਲਈ ਮਹਾਨ ਡਰੈਗਨ ਨੂੰ ਬਾਹਰ ਕੱਢ ਦਿੱਤਾ ਗਿਆ ਸੀ, ਉਹ ਸਭ ਜਿਸ ਨੂੰ ਸ਼ੈਤਾਨ ਅਤੇ ਸਰਪੈਂਟ ਕਹਿੰਦੇ ਹਨ, ਜੋ ਸਾਰੇ ਚਰਚਾਂ ਨੂੰ ਧੋਖਾ ਦਿੰਦਾ ਹੈ। ਉਸ ਨੂੰ ਧਰਤੀ ਤੇ ਸੁੱਟਿਆ ਗਿਆ ਅਤੇ ਉਸਦੇ ਫਰਿਸ਼ਤੇ ਨੇ ਉਸ ਨਾਲ ਹੀ ਉਸ ਨੂੰ ਬਾਹਰ ਕੱਢ ਦਿੱਤੇ ਗਏ। 12 ਅਧਿਆਏ ਰਾਹੀਂ ਅਸੀਂ ਕਹਾਣੀ ਦੀ ਪਾਲਣਾ ਕਰੀਏ। ਸ਼ੈਤਾਨ ਸਵਰਗ ਵਿੱਚ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਦਾ ਹੈ, ਪਰ ਮਸੀਹ ਜਿੱਤ ਜਾਂਦਾ ਹੈ ਅਤੇ ਸ਼ੈਤਾਨ ਹਾਰ ਜਾਂਦਾ ਹੈ। ਸ਼ੈਤਾਨ ਨੂੰ ਸਵਰਗ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜਦੋਂ ਕਿ ਪਰਮੇਸ਼ਵਰ ਜੇਤੂ ਹੈ, ਜਿਵੇਂ ਕਿ ਅਸੀਂ ਹੇਠ ਲਿਖੇ ਪਾਠ ਵਿੱਚ ਦੇਖਦੇ ਹਾਂ। ਪ੍ਰਕਾਸ਼ਨ 12:4 ਅਤੇ 5 ਦੇ ਵਿੱਚ ਉਸਦੀ ਪੂਛ ਨੇ ਅਸਮਾਨ ਦੇ ਤਾਰਿਆਂ ਦਾ ਤੀਜਾ ਹਿੱਸਾ ਖਿੱਚਿਆ ਅਤੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਸੀਂ ਡਰੈਗਨ ਔਰਤ ਦੇ ਸਾਹਮਣੇ ਖੜਾ ਸੀ, ਜੋ ਕਿ ਬੱਚੇ ਨੂੰ ਜਨਮ ਦੇ ਰਹੀ ਸੀ। ਆਪਣੇ ਬੱਚੇ ਨੂੰ ਜਨਮ ਦਿੰਦਿਆਂ ਹੀ ਉਸਨੇ ਖਾ ਲਿਆ। ਉਸਨੇ ਇੱਕ ਮੁੰਡਾ ਪੈਦਾ ਕੀਤਾ
ਜੋ ਉਹ ਲੋਹੇ ਦੀ ਛੜੀ ਨਾਲ ਸਾਰੇ ਦੇਸ਼ਾਂ ਤੇ ਰਾਜ ਕਰਦਾ ਸੀ ਅਤੇ ਉਸ ਦਾ ਬੱਚਾ ਰੱਬ ਅਤੇ ਉਸ ਦੇ ਸਿੰਘਾਸਨ ਤੇ ਫਸ ਗਿਆ ਸੀ। ਯੀਸ਼ੂ ਇੱਕ ਹੋਰ ਬੱਚਾ ਹੈ ਜਿਸ ਨੂੰ ਸ਼ੈਤਾਨ ਨੇ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼ੈਤਾਨ ਹੈਰੋਦੇਸ ਰਾਹੀਂ ਇੱਕ ਹੁਕਮ ਉਸਨੇ ਪਾਸ ਕੀਤਾ ਤਾਂ ਜੋ 2 ਸਾਲ ਤੋਂ ਘੱਟ ਉਮਰ ਦੇ ਸਾਰੇ ਪੁਰਸ਼ ਬੱਚੇ ਬੈਥਲਹੈਮ ਦੇ ਵਿੱਚ ਉਹਨਾਂ ਨੂੰ ਮਾਰਿਆ ਜਾਵੇ। ਯੂਸਫ ਤੇ ਮਰੀਅਮ ਨੂੰ ਇੱਕ ਫਰਿਸ਼ਤੇ ਦੇ ਦੁਆਰਾ ਚੇਤਾਵਨੀ ਮਿਲੀ ਤੇ ਉਹ ਮਿਸਰ ਭੱਜ ਗਏ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਸੁਰੱਖਿਅਤ ਰੱਖਿਆ। ਉਹ ਰੋਮ ਦੇ ਮੌਤ ਦੇ ਹੁਕਮ ਤੋਂ ਸ਼ਾਸਕ ਤੋਂ ਬਚ ਗਏ ਸਨ। ਹਾਲਾਂਕਿ ਡਰੈਗਨ ਸ਼ੈਤਾਨ ਦੀ ਨੁਮਾਇੰਦਗੀ ਕਰਦਾ ਹੈ, ਇਸ ਦੀ ਪੈਗਨ ਰੋਮ ਲਈ ਇੱਕ ਸੈਕੰਡਰੀ ਜਾਂ ਦੋਹਰੀ ਐਪਲੀਕੇਸ਼ਨ ਵੀ ਹੈ। ਹੈਰੋਦੇਸ ਇੱਕ ਰੋਮਨ ਸ਼ਾਸਕ ਸੀ ਜਿਸ ਨੂੰ ਸ਼ੈਤਾਨ ਨੇ ਇੱਕ ਛੋਟੇ ਜਿਹੇ ਰੂਪ ਵਿੱਚ ਯੀਸ਼ੂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼ੁਰੂ ਤੋਂ ਹੀ ਸ਼ੈਤਾਨ ਦੇ ਇਰਾਦੇ ਬ੍ਰਹਮੰਡ ਨੂੰ ਧੋਖਾ ਦੇਣ ਦੇ ਸੀ। ਸਾਰੇ ਫਰਿਸ਼ਤੇ, ਆਦਮ ਅਤੇ ਹਵਾ, ਸਾਰੀ ਮਨੁੱਖਤਾ, ਸਾਰੇ ਵਿਰੋਧੀਆਂ ਨੂੰ ਤਬਾਹ ਕਰਨਾ। ਕਿਹੜੇ ਬਕਾਇਆ ਅਤੇ ਬੇਹੱਦ ਮਹੱਤਵਪੂਰਨ ਤੱਥ ਜੋ ਕਿ ਸਾਨੂੰ ਪ੍ਰਕਾਸ਼ਨ 12 ਦੀ 10 ਦੇ 12 ਵਿੱਚ ਜ਼ਿਕਰ ਕੀਤਾ ਗਿਆ ਹੈ, ਆਓ ਵੇਖੀਏ। ਫਿਰ ਮੈਂ ਉੱਚੀ ਆਵਾਜ਼ ਵਿੱਚ ਸਵਰਗ ਦੇ ਵਿੱਚ ਇੱਕ ਆਵਾਜ਼ ਸੁਣੀ, ਹੁਣ ਮੁਕਤੀ, ਸ਼ਕਤੀ ਅਤੇ ਸਾਡੇ ਰੱਬ ਦਾ ਰਾਜ ਅਤੇ ਉਸਦੇ ਮਸੀਹ ਦੀ ਸ਼ਕਤੀ ਆ ਗਈ ਹੈ। ਸਾਰੇ ਭਰਾਵਾਂ ਦੇ ਦੋਸ਼ੀ ਜਿਨ੍ਹਾਂ ਨੇ ਉਹਨਾਂ ਨੂੰ ਸਾਡੇ ਰੱਬ ਦੇ ਸਾਹਮਣੇ ਦਿਨ ਰਾਤ ਦੋਸ਼ ਲਗਾਇਆ, ਉਸ ਨੂੰ ਥੱਲੇ ਸੁੱਟ ਦਿੱਤਾ ਗਿਆ ਹੈ ਅਤੇ ਉਹ ਮੇਮਨੇ ਦੇ ਖੂਨ ਨਾਲ ਉਸ ਨੂੰ ਹਰਾ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਸ਼ਹਾਦਤ ਅਤੇ ਸ਼ਬਦ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਮੌਤ ਨਾਲ ਨਹੀਂ ਪਿਆਰ ਕਰਦੇ ਸਨ। ਇਸ ਲਈ ਹੈ ਸਵਰਗ ਅਤੇ ਤੁਸੀਂ ਜੋ ਵੀ ਉਹਨਾਂ ਵਿੱਚ ਵਸਦੇ ਹੋ ਉਸ ਨੂੰ ਖੁਸ਼ ਕਰੋ। ਧਰਤੀ ਅਤੇ ਸਮੁੰਦਰ ਦੇ ਵਸਨੀਕਾਂ ਲਈ ਦੁੱਖ, ਕਿਉਂਕਿ ਸ਼ੈਤਾਨ ਤੇਰੇ ਕੋਲ ਆ ਗਿਆ ਹੈ ਜਿਸ ਦਾ ਬਹੁਤ ਗੁੱਸਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਸਦੇ ਕੋਲ ਬਹੁਤ ਥੋੜਾ ਸਮਾਂ ਹੈ। ਇਸ ਲਈ ਅਸੀਂ ਵੇਖਦੇ ਹਾਂ ਕਿ ਦੋਸ਼ੀ ਸ਼ੈਤਾਨ ਨੂੰ ਹੇਠਾਂ ਸੁੱਟ ਦਿੱਤਾ ਗਿਆ ਸੀ। ਪਰਮੇਸ਼ਵਰ ਦਾ ਅਵਸ਼ੇਸ਼ ਯੀਸ਼ੂ ਦੇ ਮੇਮਨੇ ਦੇ ਖੂਨ ਨਾਲ ਭਰ ਗਿਆ। ਸ਼ੈਤਾਨ ਗੁੱਸੇ ਵਿੱਚ ਹੈ ਕਿਉਂਕਿ ਉਸਨੂੰ ਪਤਾ ਹੈ ਉਸਦਾ ਸਮਾਂ ਥੋੜਾ ਜਿਹਾ ਹੈ। ਇੱਥੇ 3 ਤੱਥ ਸਥਾਪਿਤ ਕੀਤੇ ਗਏ ਹਨ। ਯੀਸ਼ੂ ਨੇ ਸ਼ੈਤਾਨ ਨੂੰ ਹਰਾਇਆ ਜੋ ਭਰਾਵਾਂ ਦਾ ਦੋਸ਼ੀ ਸੀ ਕ੍ਰਾਸ ਵਿਖੇ, ਅਤੇ ਅਸੀਂ ਸਾਰੇ ਯੀਸ਼ੂ ਦੇ ਖੂਨ ਰਾਹੀਂ ਜਿੱਤ ਚੁੱਕੇ ਹਾਂ ਅਤੇ ਗਵਾਹਾਂ ਦੁਆਰਾ। ਸ਼ੈਤਾਨ ਗੁੱਸੇ ਵਿੱਚ ਸੀ। ਅਸੀਂ ਉਸ ਤੋਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਉਹ ਸੱਜਣ ਵਰਗਾ ਵਿਵਹਾਰ ਕਰੇਗਾ। ਸ਼ੈਤਾਨ ਵੀ ਕੱਟੜ ਦੁਸ਼ਮਣ ਹੈ। ਜੰਗਲਾਂ ਵਿੱਚ ਸਾਲਾਂ ਬਾਅਦ ਸ਼ੈਤਾਨ ਯੀਸ਼ੂ ਨੂੰ ਲੁਭਾਉਣ ਵਾਲੇ ਪ੍ਰਕਾਸ਼ ਦੇ ਫਰਿਸ਼ਤੇ ਵਜੋਂ ਨਜ਼ਰ ਆਇਆ, ਉਸ ਨੂੰ ਤਬਾਹ ਕਰਨ ਦੀ ਆਸ ਦੇ ਵਿੱਚ। ਮੱਤੀ 4 ਵਿੱਚ ਮਿਲੇ ਇਸ ਪੂਰੇ ਅਨੁਭਵ ਰਾਹੀਂ ਅਤੇ ਮੈਨੂੰ ਇਹ ਪਸੰਦ ਹੈ ਕਿ ਯੀਸ਼ੂ ਕਿਵੇਂ ਦ੍ਰਿੜ ਰਹਿੰਦਾ ਹੈ। ਉਹ ਕਹਿੰਦਾ ਹੈ, ਲਿਖਿਆ ਹੈ, ਤੂੰ ਆਪਣੇ ਪਰਮੇਸ਼ਵਰ ਤੇ ਪ੍ਰਭੂ ਦੀ ਆਰਾਧਨਾ ਕਰ ਤੇ ਉਸੇ ਦੀ ਹੀ ਸੇਵਾ ਕਰ। ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਮੈਨੂੰ ਛੱਡ ਦੇ। ਸ਼ੈਤਾਨ ਮਹਾਨ ਡਰੈਗਨ ਨੂੰ ਛਿੜਕਿਆ ਗਿਆ ਅਤੇ ਚੁੱਪ ਕਰਾ ਦਿੱਤਾ ਗਿਆ। ਉਸ ਕੋਲ ਇੱਕ ਸਾਮਰਾਜੀ ਬਰਖਾਸਤ ਅਗਨੀ ਨੂੰ ਸਹਿਨ ਕਰਨ ਦੀ ਜ਼ੀਰੋ ਸ਼ਕਤੀ ਸੀ। ਯੀਸ਼ੂ ਕੋਲ ਸ਼ਕਤੀ ਹੈ ਅਤੇ ਹਿੰਮਤ ਹੈ ਕਿਉਂਕਿ ਉਹ ਆਪਣੇ ਸਵਰਗ ਪਿਤਾ ਨਾਲ ਜੁੜਿਆ ਰਹਿੰਦਾ ਹੈ, ਆਰਾਧਨਾ ਰਾਹੀਂ ਅਤੇ ਪਰਮੇਸ਼ਵਰ ਦੇ ਵਚਨ ਦੇ ਰਾਹੀਂ, ਜਿਵੇਂ ਕਿ ਉਹ ਜੋ ਉਸਦੀ ਢਾਲ ਸ਼ੈਤਾਨ ਦੇ ਵਿਰੁੱਧ ਸੀ। ਉਸ ਨੂੰ ਇੱਕ ਗੱਲ ਵਧੀਆ ਉਦਾਹਰਨ ਦਿੰਦਾ ਹੈ ਕਿ ਉਹ ਸਾਨੂੰ ਕੀ ਕਰਨ ਦੀ ਲੋੜ ਹੈ। ਇਫਿਸੀਅਨ 6 ਦੀ 10 ਤੇ 11 ਵਿੱਚ ਕਹਿੰਦਾ ਹੈ, ਅੰਤ ਵਿੱਚ ਪ੍ਰਭੂ ਵਿੱਚ ਅਤੇ ਉਸਦੀ ਸ਼ਕਤੀ ਵਿੱਚ ਮਜ਼ਬੂਤ ਬਣੋ। ਪਰਮੇਸ਼ਵਰ ਦੇ ਸਾਰੇ ਕਵਚ ਪਹਿਨ ਲਓ ਤਾਂ ਜੋ ਤੁਸੀਂ ਦ੍ਰਿੜ ਹੋ ਸਕੋ ਸ਼ੈਤਾਨ ਦੀ ਸਾਰੀ ਰਣਨੀਤੀਆਂ ਦੇ ਵਿਰੁੱਧ। ਕ੍ਰਾਸ ਤੇ ਸ਼ੈਤਾਨ ਨੇ ਮਸੀਹ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡੇ ਪ੍ਰਭੂ ਨੇ ਫਿਰ ਜਿੱਤ ਪ੍ਰਾਪਤ ਕੀਤੀ। ਯੀਸ਼ੂ ਦੇ ਆਖਰੀ ਸ਼ਬਦ ਹਨ, ਪਿਤਾ ਜੀ, ਤੇਰੇ ਹੱਥਾਂ ਵਿੱਚ ਮੈਂ ਆਪਣੀ ਆਤਮਾ ਨੂੰ ਸੌਂਪਦਾ ਹਾਂ। ਅਤੇ ਫਿਰ ਉਹ ਇੱਕ ਡੂੰਘਾ ਸਾਹ ਖਿੱਚਦਾ ਹੈ ਅਤੇ ਉਹ ਦਿੰਦਾ ਹੈ ਉੱਥੇ ਤੋਂ ਜੋ ਜਿੱਤ ਦਾ ਰੌਲਾ ਪਾਉਂਦਾ ਹੈ। ਸ਼ਬਦ ਪਹਾੜੀ ਕਿਨਾਰੇ ਤੋਂ ਬਾਹਰ ਵੱਜਦੇ ਹਨ ਤੇ ਖਤਮ ਹੋ ਜਾਂਦਾ ਹੈ। ਯੀਸ਼ੂ ਜਿੱਤ ਨਾਲ ਮਰ ਜਾਂਦਾ ਹੈ। ਗਰਜ ਦੀ ਇੱਕ ਪੀਲ ਹੈ ਅਤੇ ਸੂਰਜ ਬਾਹਰ ਨਿਕਲਦਾ ਹੋਇਆ ਪ੍ਰਤੀਤ ਹੁੰਦਾ ਹੈ। ਹਨੇਰਾ ਲਗਭਗ ਕਾਲੀ ਉੱਨ ਜਿੰਨਾ ਮੋਟਾ ਹੈ ਜ਼ਮੀਨ ਉੱਤੇ ਵਸ ਜਾਂਦਾ ਹੈ, ਜਿਵੇਂ ਧਰਤੀ ਨੇ ਆਖਿਰਕਾਰ ਸਭ ਕੁਝ ਵੇਖ ਲਿਆ ਹੋਵੇ। ਭਿਆਨਕ ਭੂਚਾਲ ਧਰਤੀ ਨੂੰ ਹਿਲਾ ਦਿੰਦਾ ਹੈ। ਯੀਸ਼ੂ ਨੇ ਆਪਣੇ ਜਿੱਤ ਦੀ ਭਵਿੱਖਬਾਣੀ ਕੀਤੀ ਸੀ, ਪਰ ਸ਼ੈਤਾਨ ਨੇ ਉਸਨੂੰ ਪਲਾਟ ਦੇ ਮੋੜ ਵਿੱਚ ਕਦੀ ਉਮੀਦ ਨਹੀਂ ਕੀਤੀ ਸੀ। ਹੁਣ ਇਸ ਸੰਸਾਰ ਦਾ ਸੁਲਤਾਨ ਸ਼ੈਤਾਨ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਇਸ ਸੰਸਾਰ ਦਾ ਸ਼ਾਸਕ ਆਪਣੇ ਬੁਰੇ ਸਿਧਾਂਤਾਂ ਨਾਲ ਬਾਹਰ ਨਿਕਲਣ ਵਾਲਾ ਹੈ। ਉਹ ਹੇਠਾਂ ਜਾ ਰਿਹਾ ਹੈ। ਠੀਕ ਹੈ, ਕਿਵੇਂ? ਇਹ ਕਿਵੇਂ ਹੋਵੇਗਾ? ਕੀ ਇਹ ਬਲ ਨਾਲ ਹੋਵੇਗਾ? ਕੀ ਇਹ ਤਾਕਤ ਨਾਲ ਹੋਵੇਗਾ? ਅਸੀਂ ਜਦੋਂ ਭਜਨ ਸੰਹਿਤਾ 32 ਪੜ੍ਹਦੇ ਹਾਂ ਤੇ ਯੀਸ਼ੂ ਕਹਿੰਦਾ ਹੈ, ਜੇ ਮੈਂ ਧਰਤੀ ਤੋਂ ਉੱਪਰ ਚੁੱਕਿਆ ਗਿਆ ਹਾਂ, ਮੈਂ ਸਾਰੇ ਲੋਕਾਂ ਨੂੰ ਸਵਾਲ ਖਿੱਚਾਂਗਾ। ਜਦੋਂ ਲੋਕ ਕ੍ਰਾਸ ਨੂੰ ਵੇਖਦੇ ਹਨ, ਉਹਨਾਂ ਨੂੰ ਇੱਕ ਪਿਆਰ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਹਨਾਂ ਦੇ ਮੁਕਤੀਦਾਤਾ ਵੱਲ ਉਹਨਾਂ ਦਾ ਦਿਲ ਖਿੱਚਦੀ ਹੈ। ਯੀਸ਼ੂ ਤੁਹਾਨੂੰ ਮਜਬੂਰ ਨਹੀਂ ਕਰਦਾ ਜਾਂ ਤੁਹਾਨੂੰ ਛੇੜਦਾ ਨਹੀਂ ਹੈ ਜਾਂ ਤੁਹਾਨੂੰ ਧੋਖਾ ਨਹੀਂ ਦਿੰਦਾ। ਇਹ ਸ਼ੈਤਾਨ ਦੇ ਢੰਗ ਹਨ। ਯਿਸੂ ਤੁਹਾਨੂੰ ਪੂਰੀ ਤਰ੍ਹਾਂ ਪਿਆਰ ਕਰਦਾ ਹੈ। ਉਸਨੇ ਆਪਣੀ ਜਾਨ ਦੇ ਕੇ ਉਸ ਜੰਗ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ। ਉਹ ਕਬਰ ਵਿੱਚ ਗਿਆ ਅਤੇ ਮੁਰਦਿਆਂ ਤੋਂ ਉਹ ਉਠਾਇਆ ਗਿਆ। ਯੀਸ਼ੂ ਸਾਡਾ ਇੱਕੋ ਇੱਕ ਮੁਕਤੀਦਾਤਾ ਹੈ। ਉਸ ਕੋਲ ਕਬਰ ਉੱਤੇ ਸ਼ਕਤੀ ਵੀ ਹੈ। ਯੀਸ਼ੂ ਦਾ ਮੁਕਤੀ ਦਾ ਮਿਸ਼ਨ ਪੂਰਾ ਹੋ ਗਿਆ ਹੈ ਅਤੇ ਉਹ ਸਵਰਗ ਵਿੱਚ ਚੜ ਜਾਂਦਾ ਹੈ।
ਯੀਸ਼ੂ ਦੀ ਚੜ੍ਹਾਈ ਤੋਂ ਬਾਅਦ ਹੁਣ ਸ਼ੈਤਾਨ ਨੇ ਆਪਣਾ ਗੁੱਸਾ ਮਸੀਹ ਦੇ ਪੈਰੋਕਾਰਾਂ ਤੇ ਮੋੜ ਦਿੱਤਾ। ਉਸ ਨੂੰ ਆਪਣੀਆਂ ਚਾਲਾਂ ਬਦਲਣੀਆਂ ਪਈਆਂ। ਇਸ ਲਈ ਬੁਰਾਈ ਹਰ ਇੱਕ ਚੇਲੇ ਦਾ ਪਿੱਛਾ ਕਰਦੀ ਹੈ, ਜਿਵੇਂ ਕਿ ਉਹਨਾਂ ਨੇ ਸਮਾਚਾਰ ਸੰਦੇਸ਼ ਫੈਲਾਇਆ। ਇੱਕ ਸ਼ਾਗਿਰਦ ਦੀ ਮੌਤ ਹੋ ਗਈ, ਪਰ ਕਿਸੇ ਚਿੰਤਾ ਦੀ ਗੱਲ ਨਹੀਂ, ਉਹਨਾਂ ਦਾ ਇਨਾਮ ਸਵਰਗ ਵਿੱਚ ਬਹੁਤ ਵਧੀਆ ਹੈ। ਸ਼ੈਤਾਨ ਨੇ ਯੀਸ਼ੂ ਨੂੰ ਤਬਾਹ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਜਦੋਂ ਇਸ ਧਰਤੀ ਤੇ ਸੀ, ਉਸਨੇ ਆਪਣਾ ਧਿਆਨ ਕੇਂਦਰਿਤ ਕੀਤਾ। ਆਪਣਾ ਗੁੱਸਾ ਅਤੇ ਚਰਚ ਦੇ ਉੱਤੇ ਹਮਲਾ ਕਰਨਾ ਉਸਨੇ ਜਾਰੀ ਰੱਖਿਆ, ਜਿਸ ਨੂੰ ਗੋਰੇ ਰੰਗ ਦੀ ਸ਼ੁੱਧ ਔਰਤ ਵਜੋਂ ਦਰਸਾਇਆ ਗਿਆ ਹੈ। ਤੁਸੀਂ ਜਾਣਦੇ ਹੋ, ਸ਼ੈਤਾਨ ਨਾ ਸਿਰਫ ਧੋਖਾ ਦਿੰਦਾ ਹੈ, ਪਰ ਉਹ ਪੂਰੀ ਤਰ੍ਹਾਂ ਤਬਾਹ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਜ਼ੁਲਮ ਕਰਦਾ ਹੈ ਅਤੇ ਵਹਿਸ਼ੀ ਹਮਲੇ ਕਰਦਾ ਹੈ ਮਸੀਹ ਦੇ ਪੈਰੋਕਾਰਾਂ ਦੇ ਉੱਤੇ। ਅੱਜ ਸ਼ੈਤਾਨ ਕੋਲ ਈਸਾਈਆਂ ਨੂੰ ਤਸੀਹੇ ਦੇਣ ਦੇ ਹਜ਼ਾਰਾਂ ਤਰੀਕੇ ਹਨ। ਪਰਿਵਾਰਕ ਸਮੱਸਿਆਵਾਂ, ਲਤਾ, ਉਦਾਸੀਨਤਾ, ਇਕੱਲਾਪਨ ਰਾਹੀਂ ਵਿੱਤੀ ਬੋਝ, ਇੱਥੋਂ ਤੱਕ ਕਿ ਉਹ ਪੂਰੀ ਤਰ੍ਹਾਂ ਸਵੈ ਵਿਨਾਸ਼ ਵੀ। ਸ਼ੈਤਾਨ ਉਹਨਾਂ ਨੂੰ ਆਪਣਾ ਵਿਸ਼ਵਾਸ ਛੱਡਣ ਦਾ ਲਾਲਚ ਦਿੰਦਾ ਹੈ ਤਾਂ ਜੋ ਉਹਨਾਂ ਨੂੰ ਧਿਆਨ ਭੰਗ ਕਰਦਾ ਹੈ ਤੇ ਇੰਨਾ ਰੁਝਾਇਆ ਰਹਿੰਦਾ ਹੈ ਕਿ ਉਹ ਯੀਸ਼ੂ ਨਾਲ ਆਪਣੇ ਰਿਸ਼ਤੇ ਨੂੰ ਸਮਾਂ ਹੀ ਨਾ ਦੇਣ। ਲੋਕ ਜੋ ਜਿੱਤਣ ਲਈ ਉਹਨਾਂ ਦੇ ਵਿੱਚੋਂ ਇੱਕ ਜੀਵਨ ਰੇਖਾ ਹੈ, ਔਰ ਇਹ ਇੱਕੋ ਇੱਕ ਜੀਵਨ ਰੇਖਾ ਹੈ। ਕੌਂਸਟੈਂਟਾਈਨ ਚਰਚ ਅਤੇ ਸਟੇਟ ਯੂਨਾਈਟਿਡ ਦੇ ਦਿਨਾਂ ਦੇ ਵਿੱਚ ਕੁਝ ਸਮੇਂ ਲਈ ਚਰਚ ਨੇ ਰਾਜ ਦੇ ਹੱਕ ਦਾ ਆਨੰਦ ਮਾਣਿਆ ਅਤੇ ਗੈਰ ਸਧਾਰਨ ਪ੍ਰਸਿੱਧੀ ਵੀ। ਜਿਵੇਂ ਕਿ ਚਰਚ ਅਤੇ ਰਾਜ ਨੇ ਹੱਥ ਮਿਲਾਇਆ, ਸ਼ੈਤਾਨ ਨੇ ਹਮਲਾ ਕੀਤਾ ਅਤੇ ਮੌਕਾ ਲੈ ਲਿਆ ਤਾਂ ਜੋ ਪਰਮੇਸ਼ਵਰ ਦੇ ਸੱਚੇ ਵਿਸ਼ਵਾਸੀਆਂ ਨੂੰ ਹੋਰ ਜ਼ਿਆਦਾ ਤਸੀਹੇ ਦਿੱਤੇ ਜਾਣ। ਇਸ ਲਈ ਹੁਣ 12:6 ਸਾਨੂੰ ਇਹ ਦੱਸਦਾ ਹੈ, ਫਿਰ ਉਹ ਔਰਤ ਰੱਬ ਦੀ ਚਰਚ ਜੰਗਲ ਵਿੱਚ ਦੌੜ ਗਈ, ਜਿੱਥੇ ਉਸ ਕੋਲ ਪਰਮੇਸ਼ਵਰ ਦੁਆਰਾ ਤਿਆਰ ਕੀਤੀ ਗਈ ਥਾਂ ਸੀ। ਉਹ ਉਸ ਨੂੰ 1260 ਦਿਨਾਂ ਲਈ ਉੱਥੇ ਰੱਖਦਾ ਹੈ। ਹੁਣ ਯਾਦ ਰੱਖੋ, ਬਾਈਬਲ ਦੇ ਭਵਿੱਖਬਾਣੀਆਂ ਵਿੱਚ ਇੱਕ ਪੈਗੰਬਰੀ ਦਿਨ ਇੱਕ ਸਾਪਤਾਹਿਕ ਸਾਲ ਦੇ ਬਰਾਬਰ ਹੁੰਦਾ ਹੈ। ਜਕੇਲ 4:6 ਕਹਿੰਦਾ ਹੈ, ਮੈਂ ਹਰ ਰੋਜ਼ ਇੱਕ ਸਾਲ ਨੂੰ ਨਿਯੁਕਤ ਕੀਤਾ ਹੈ। ਗਿਣਤੀ 14 ਦੀ 34, ਜਿਸ ਦਿਨ ਤੁਸੀਂ ਜ਼ਮੀਨ ਦੀ ਤਲਾਸ਼ੀ ਲਈ, ਉਸ ਦਿਨ ਦੀ ਗਿਣਤੀ ਦੇ ਬਾਅਦ 40 ਦਿਨ ਵਿੱਚ ਸਾਲ ਲਈ ਹਰ ਰੋਜ਼ ਪਰਮੇਸ਼ਵਰ ਦਾ ਬਾਕੀ ਬਚਿਆ ਜੰਗਲ ਵਿੱਚ ਸੀ। 1260 ਸਾਲਾਂ ਦੇ ਅਤਿਆਚਾਰ ਦੇ ਲਈ ਧਰਤੀ ਦੇ ਇਤਿਹਾਸ ਵਿੱਚ ਕੇਵਲ ਇੱਕ ਸਮਾਂ ਹੈ ਜਿਸ ਨੂੰ ਇੱਕ ਵਿਸ਼ੇਸ਼ ਸੰਖਿਆ ਦੁਆਰਾ ਦਰਸਾਇਆ ਜਾ ਸਕਦਾ ਹੈ। ਈਸਾਈ ਅਤਿਆਚਾਰ ਅਤੇ ਇਸ ਉੱਤੇ ਬਹੁਤ ਕੁਝ ਪ੍ਰਗਟ ਕਰਦਾ ਹੈ। ਇੱਕ ਮੁਸੀਬਤ ਦਾ ਦੌਰ ਬਾਈਬਲ ਵਿੱਚ ਵਾਰ-ਵਾਰ ਜ਼ਿਕਰ ਕੀਤਾ ਜਾਂਦਾ ਹੈ, ਕਿਉਂਕਿ ਇਹ ਹੁਣ ਤੱਕ ਦਾ ਸਭ ਤੋਂ ਖਰਾਬ ਹੈ ਕਿ ਪਰਮੇਸ਼ਵਰ ਦੇ ਲੋਕ ਉਸ ਸਮੇਂ ਤੱਕ ਦਾ ਸਾਹਮਣਾ ਕਰਨਗੇ। ਮੱਤੀ 24:21 ਉਦੋਂ ਬਹੁਤ ਜ਼ਿਆਦਾ ਮੁਸੀਬਤ ਹੋਵੇਗੀ ਜਿਵੇਂ ਕਿ ਸੰਸਾਰ ਦੀ ਸ਼ੁਰੂਆਤ ਤੋਂ ਨਾ ਹੋਈ ਹੋਵੇ। ਇਸ ਸਮੇਂ ਤੱਕ ਨਹੀਂ, ਨਾ ਹੀ ਕਦੀ ਉਹ ਹੋਵੇਗੀ। ਮੈਨੂੰ ਪਿਆਰ ਹੈ ਯਸ਼ਾਇਆ 59:19 ਕਿਵੇਂ ਵਾਅਦਾ ਕਰਦੀ ਹੈ, ਜਦੋਂ ਦੁਸ਼ਮਣ ਹੜ੍ਹ ਵਾਂਗ ਆਉਂਦਾ ਹੈ, ਪ੍ਰਭੂ ਦਾ ਆਤਮਾ ਉਸ ਦੇ ਖਿਲਾਫ ਇੱਕ ਮਿਆਰ ਉੱਚਾ ਹੋਵੇਗਾ। ਸਾਨੂੰ ਯੀਸ਼ੂ ਅਤੇ ਉਸ ਦੇ ਮਿਆਰਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਸ ਦੇ ਬੁਰਾਈ ਤੋਂ ਉਭਰਨ ਦੇ ਤਰੀਕੇ ਇਤਿਹਾਸ ਵਿੱਚ ਇਸ ਸਮੇਂ ਅਸੀਂ ਵੇਖਦੇ ਹਾਂ ਕਿ ਚਰਚ ਅਤੇ ਰਾਜ ਅਜੇ ਵੀ ਇਕਜੁੱਟ ਹਨ। ਪਰਮੇਸ਼ਵਰ ਦੇ ਵਫਾਦਾਰ ਮਰਦ ਅਤੇ ਔਰਤ ਪਰਮੇਸ਼ਵਰ ਦੇ ਵਚਨ ਦੀ ਸੱਚਾਈਆਂ ਨੂੰ ਉਹ ਇਕਾਂਤ ਵਿੱਚ ਲੁਕਾ ਕੇ ਰੱਖ ਸਕਦੇ ਹਨ। ਜੰਗਲਾਂ ਵਿੱਚ, ਧਰਤੀ ਦੇ ਸੁਨਸਾਨ ਅਤੇ ਦੂਰ ਦੁਰਾਡੇ ਦੇ ਸਥਾਨਾਂ ਤੇ ਪਰਮੇਸ਼ਵਰ ਦੇ ਲੋਕ ਆਪਣੀ ਜ਼ਿੰਦਗੀ ਲਈ ਭੱਜੇ ਗਏ ਅਤੇ ਸ਼ਰਨ ਦੇ ਇਕਾਂਤ ਸਥਾਨਾਂ ਵਿੱਚ ਲੁਕ ਗਏ। ਪਰਮੇਸ਼ਵਰ ਦਾ ਚਰਚ ਖੁੱਲੇ ਵਿੱਚ ਕੰਮ ਨਹੀਂ ਕਰ ਸਕਦਾ ਸੀ ਤੇ ਨਾ ਹੀ ਉਹ ਮੈਂਬਰ ਬਣ ਸਕਦਾ ਸੀ। ਪਰਮੇਸ਼ਵਰ ਸਾਨੂੰ ਚੇਤਾਵਨੀ ਦਿੰਦਾ ਹੈ ਕਿ ਉਸਦਾ ਸੱਚਾ ਗਿਰਜਾਘਰ ਇੱਕ ਸੰਸਥਾ ਵਜੋਂ ਖੁੱਲ੍ਹੇਆਮ ਮੌਜੂਦ ਨਹੀਂ ਸੀ ਇਹਨਾਂ 1260 ਸਾਲਾਂ ਦੇ ਦੌਰਾਨ, ਕਿਉਂਕਿ ਉਹ ਜੰਗਲਾਂ ਵਿੱਚ ਭੱਜ ਗਿਆ ਸੀ। ਵਾਲਡਨਸ ਯੂਰਪ ਦੇ ਪਹਿਲੇ ਲੋਕ ਸਨ ਤਾਂ ਜੋ ਪਵਿੱਤਰ ਗ੍ਰੰਥਾਂ ਦਾ ਅਨੁਵਾਦ ਕੀਤਾ ਜਾਵੇ। ਸੁਧਾਰ ਤੋਂ ਸੈਂਕੜਿਆਂ ਸਾਲ ਪਹਿਲਾਂ ਉਹਨਾਂ ਕੋਲ ਬਾਈਬਲ ਦੇ ਹੱਥ ਸਨ। ਉਹਨਾਂ ਦੀ ਮਾਤ ਭਾਸ਼ਾ ਦੇ ਵਿੱਚ ਉਹਨਾਂ ਨੂੰ ਸੱਚਾਈ ਨਹੀਂ ਮਿਲੀ ਅਤੇ ਪਰਮੇਸ਼ਵਰ ਦੇ ਵਚਨ ਨੂੰ ਕਾਇਮ ਰੱਖਣ ਲਈ ਉਹਨਾਂ ਤੇ ਅਤਿਆਚਾਰ ਕੀਤੇ ਗਏ। ਇਤਿਹਾਸ ਸਪਸ਼ਟ ਕਰਦਾ ਹੈ ਕਿ ਪੋਪ ਰੋਮ ਉਹ ਸ਼ਕਤੀ ਸੀ ਜਿਸ ਨੇ ਯੀਸ਼ੂ ਦੇ ਪੈਰਾਕਾਰਾਂ ਨੂੰ ਤਸੀਹੇ ਦਿੱਤੇ। 1260 ਸਾਲ 538 ਈਸਵੀ ਤੋਂ ਲੈ ਕੇ 1798 ਤੱਕ। ਇਹ ਕਾਲ 538 ਈਸਵੀ ਵਿੱਚ ਸ਼ੁਰੂ ਹੋਈ ਸੀ ਜਦੋਂ ਪੋਪ ਦੀ ਸੱਤਾ ਈਸਾਈ ਧਰਮ ਵਿੱਚ ਸਰਵਉੱਚ ਹੋ ਗਈ ਸੀ ਅਤੇ ਰੋਮ ਸਮਰਾਟ ਜਸਟੀਅਨ ਦੀ ਚਿੱਠੀ ਦੇ ਕਾਰਨ, ਜਿਸ ਨੇ ਰੋਮ ਦੇ ਬਿਸ਼ਪ ਨੂੰ ਸਵੀਕਾਰ ਕੀਤਾ ਸਾਰੇ ਚਰਚਾਂ ਦੇ ਮੁਖੀ ਵਜੋਂ। ਇਹ ਬਦਨਾਮ ਪੱਤਰ ਜਸਟੀਅਨ ਦੇ ਜ਼ਾਬਤੇ ਦਾ ਹਿੱਸਾ ਬਣ ਗਿਆ। ਸਾਮਰਾਜ ਦਾ ਬੁਨਿਆਦੀ ਨਿਯਮ ਈਸਾਈਆਂ ਲਈ ਇਹ ਵਹਿਸ਼ੀ ਸਮਾਂ 1798 ਵਿੱਚ ਖਤਮ ਹੋਇਆ ਜਦੋਂ ਨੈਪੋਲੀਅਨ ਦੇ ਜਨਰਲ ਬਰਥੀਅਰ ਨੇ ਪੋਪ ਨੂੰ ਬੰਦੀ ਬਣਾ ਲਿਆ। ਇਤਿਹਾਸ ਘੱਟੋ ਘੱਟ 5 ਕਰੋੜ ਈਸਾਈਆਂ ਨੂੰ ਸਥਾਪਿਤ ਕਰਦਾ ਹੈ। ਮੌਤ ਦੇ ਇਸ ਹੁਕਮ ਦੇ ਦੌਰਾਨ ਉਹਨਾਂ ਦੇ ਵਿਸ਼ਵਾਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ। ਰੋਮਨ ਕੈਥੋਲਿਕ ਚਰਚ ਵਜੋਂ ਸਿਧਾਂਤਕ ਏਕਤਾ ਪ੍ਰਾਪਤ ਕਰਨ ਯੋਗ ਹੈ ਕੇਵਲ ਉਦੋਂ ਹੀ ਜਦੋਂ ਚਰਚ ਡਰ ਨਾਲ ਰਾਜ ਕਰਦਾ ਹੈ। ਪੰਜਵੀਂ ਲੈਟਰਨ ਚਰਚ ਕੌਂਸਲ 1512 ਤੋਂ ਲੈ ਕੇ 1517 ਤੱਕ
ਕੋਰਨਲ ਏ ਪੁਕੀ ਨੇ ਨੋਟ ਕੀਤਾ ਕਿ ਕੋਈ ਵੀ ਅਸਹਿਮਤ ਨਹੀਂ, ਉਸਦੇ ਹਾਜ਼ਰ ਹੋਣ ਦੀ ਹਿੰਮਤ ਨਹੀਂ ਕੀਤੀ ਗਈ। ਕਿਤਾਬ ਰੋਮਵਾਦ ਅਤੇ ਸੁਧਾਰ ਦੇ ਵਿੱਚ ਪੋਪ ਨੂੰ ਦੱਸਿਆ, ਈਸਾਈ ਧਰਮ ਦਾ ਸਾਰਾ ਸਰੀਰ ਹੁਣ ਇੱਕ ਸਿਰ ਦੇ ਅਧੀਨ ਹੈ। ਹੁਣ ਕੋਈ ਵਿਰੋਧ ਨਹੀਂ ਕਰ ਸਕਦਾ, ਹੁਣ ਕੋਈ ਇਤਰਾਜ਼ ਨਹੀਂ ਕਰ ਸਕਦਾ। ਕਾਰਡੀਨਲ ਦੇ ਬਿਆਨ ਦਾ ਵਾਂਗ 31 ਅਕਤੂਬਰ 1517 ਨੂੰ ਇਸ ਤੋਂ ਕੁਝ ਦੇਰ ਬਾਅਦ ਮਾਰਟਿਨ ਲੂਥਰ ਨੇ ਆਪਣੇ 95 ਲੇਖਾਂ ਨੂੰ ਮੇਖਾਂ ਦੇ ਨਾਲ ਲਗਾ ਦਿੱਤਾ। ਵਿਟਬਰਗਨ ਦੇ ਇੱਕ ਚਰਚ ਦੇ ਦਰਵਾਜ਼ੇ ਤੇ ਪ੍ਰੋਟੈਸਟੈਂਟ ਸੁਧਾਰ ਨੂੰ ਭੜਕਾਇਆ ਗਿਆ। ਉਸ ਸਮੇਂ ਉਸ ਦੁਆਰਾ ਹਮੇਸ਼ਾ ਕੁਝ ਅਜਿਹਾ ਹੁੰਦਾ ਸੀ ਜੋ ਨਿਡਰ ਹੁੰਦੇ ਸਨ ਤਾਂ ਜੋ ਮਨੁੱਖ ਤੋਂ ਵੱਧ ਪਰਮੇਸ਼ਵਰ ਤੋਂ ਡਰਦੇ ਸਨ। ਸ਼ੈਤਾਨ ਨੇ ਸੁਧਾਰਕਾਂ ਨੂੰ ਉਹਨਾਂ ਦੇ ਠੋਸ ਵਿਸ਼ਵਾਸ ਲਈ ਤਸੀਹੇ ਦਿੱਤੇ। ਉਹਨਾਂ ਦੇ ਮਨ ਪਰਮੇਸ਼ਵਰ ਦੇ ਸ਼ਬਦ ਦੇ ਸਿਧਾਂਤਾਂ ਨਾਲ ਬੱਝੇ ਹੋਏ ਸਨ। ਜਿਵੇਂ ਕਿ ਅਸੀਂ ਦੱਸਿਆ ਕਿ 1798 ਵਿੱਚ ਜੰਗਲ ਦਾ ਦੌਰ ਖਤਮ ਹੋ ਗਿਆ। ਪੋਪ ਨੂੰ ਫੜਨ ਦੇ ਨਾਲ ਨੈਪੋਲੀਅਨ ਨੇ ਜਨਰਲ ਬਰੀਥਰ ਦੁਆਰਾ ਇੱਥੇ ਭਵਿੱਖਬਾਣੀ ਦਿਲਚਸਪ ਹੋ ਜਾਂਦੀ ਹੈ। ਹੁਣ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਆਪਣੇ ਅੰਤ ਸਮੇਂ ਦੇ ਲੋਕਾਂ ਨੂੰ ਪਾਲੇਗਾ 1798 ਤੋਂ ਬਾਅਦ ਕੁਝ ਸਮਾਂ ਬਾਅਦ। ਇਹ ਨੋਟ ਕਰਨਾ ਮਹੱਤਵਪੂਰਨ ਹੈ ਦੋਸਤੋ, ਕਿਉਂਕਿ ਇਹ ਸਾਨੂੰ ਸਪਸ਼ਟ ਕਰਨ ਵਿੱਚ ਮਦਦ ਕਰਦਾ ਹੈ ਜੋ ਅੱਜ ਬਾਕੀ ਦਾ ਚਰਚ ਹੈ। ਕਿਉਂਕਿ ਪਰਮੇਸ਼ਵਰ ਦੀ ਔਰਤ 12 ਲੁਕਦੀ ਹੈ ਜਾਂ 1260 ਸਾਲਾਂ ਤੱਕ, ਫਿਰ ਪਰਮੇਸ਼ਵਰ ਦੀ ਔਰਤ ਉਸਦਾ ਚਰਚ 1798 ਤੋਂ ਬਾਅਦ ਧਰਤੀ ਦੇ ਦ੍ਰਿਸ਼ ਵਿੱਚ ਵਾਪਸ ਆਉਣਾ ਲਾਜ਼ਮੀ ਹੈ, ਜਿਵੇਂ ਕਿ ਨੋਹਾ, ਅਬਰਾਹਮ ਅਤੇ ਮੂਸਾ ਦੇ ਦਿਨਾਂ ਦੇ ਵਿੱਚ ਹੋਇਆ। ਪਰਮੇਸ਼ਵਰ ਕੋਲ ਇੱਕ ਵਿਸ਼ੇਸ਼ ਹੁਕਮ ਮੰਨਣ ਵਾਲੇ ਲੋਕ ਹਨ। ਪੁਰਾਣੇ ਨਿਯਮ, ਨਵੇਂ ਨਿਯਮ ਹਨ ਹਰੇਕ ਯੁੱਗ ਦੇ ਵਿੱਚ। ਇਸ ਲਈ ਇੱਕ ਤਰਕਪੂਰਨ ਅਰਥ ਹੈ ਕਿ ਉਸਦੇ ਪੈਰੋਕਾਰ ਹੋਣਗੇ, ਉਸਦਾ ਚਰਚ, ਉਸਦੀ ਕਲੀਸਿਆ ਸੰਸਾਰ ਦੇ ਆਖਰੀ ਦਿਨਾਂ ਦੇ ਵਿੱਚ। ਪਰਮੇਸ਼ਵਰ ਦੇ ਆਖਰੀ ਦਿਨ ਦੇ ਲੋਕਾਂ ਦੀ ਪਛਾਣ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਜੋ ਕਿ ਪ੍ਰਕਾਸ਼ਨ 12:17 ਵਿੱਚ ਦਿੱਤੀਆਂ ਗਈਆਂ ਹਨ। ਪਰਮੇਸ਼ਵਰ ਦੀ ਜਿਹੜੀ ਬਚੀ ਹੋਈ ਕਲੀਸਿਆ ਹੈ ਉਹ ਚਰਚ ਹੈ ਜੋ ਕਿ ਸੰਸਾਰ ਨੂੰ ਆਖਰੀ ਚੇਤਾਵਨੀ ਸੰਦੇਸ਼ ਦਾ ਪ੍ਰਚਾਰ ਕਰੇਗੀ ਅਤੇ ਡਰੈਗਨ ਔਰਤ ਨਾਲ ਜੋ ਕਿ ਕੱਸ ਰਹੀ ਹੈ ਅਤੇ ਆਪਣੇ ਬੀਜ ਦੇ ਬਚੇ ਲੋਕਾਂ ਨਾਲ ਜੰਗ ਕਰਨ ਲਈ ਗਿਆ ਹੈ, ਜੋ ਪਰਮੇਸ਼ਵਰ ਦੇ ਹੁਕਮਾਂ ਨੂੰ ਕਾਇਮ ਰੱਖਦਾ ਹੈ ਅਤੇ ਯਿਸੂ ਮਸੀਹ ਦੀ ਉਹ ਸ਼ਹਾਦਤ ਹੈ। ਆਖਰੀ ਦਿਨਾਂ ਵਿੱਚ ਪਰਮੇਸ਼ਵਰ ਇੱਕ ਅਜਿਹੇ ਵਿਅਕਤੀ ਦੀ ਪਾਲਣ ਪੋਸ਼ਣ ਕਰਦੇ ਹਨ ਜੋ ਉਸਨੂੰ ਪਿਆਰ ਕਰਦਾ ਹੈ ਅਤੇ ਉਸਦੀ ਪਾਲਣਾ ਕਰਦੇ ਹਨ ਅਤੇ ਉਸਦਾ ਕਾਨੂੰਨ ਬਣਾਈ ਰੱਖਦੇ ਹਨ। ਉਸਦੇ 10 ਹੁਕਮਾਂ ਦੇ ਕੇਂਦਰ ਦੇ ਵਿੱਚ ਉਸਦੀ ਆਰਾਧਨਾ ਦਾ ਆਧਾਰ ਲੱਭਦੇ ਹਨ। ਅਸੀਂ ਪਰਮੇਸ਼ਵਰ ਨੂੰ ਉਸ ਪਰਮੇਸ਼ਵਰ ਦੇ ਪ੍ਰਤੱਖ ਰੂਪ ਦਿੰਦੇ ਹਾਂ ਕਿਉਂਕਿ ਅਸੀਂ ਉਸਦੇ ਸਿਰਜੇ ਹੋਏ ਜੀਵ ਹਾਂ। ਸਬਤ ਹੁਕਮ ਸਾਨੂੰ ਉਸਦੀ ਸਰਵਉੱਚ ਆਰਾਧਨਾ ਕਰਨ ਲਈ ਲੈ ਜਾਂਦਾ ਹੈ। ਸਵਰਗ ਅਤੇ ਧਰਤੀ ਦੇ ਨਿਰਮਾਤਾ ਦੇ ਤੌਰ ਤੇ 20:8-10 ਦੇ ਵਿੱਚ ਲਿਖਿਆ ਹੈ, ਸਬਤ ਦਿਨ ਯਾਦ ਰੱਖੋ ਤਾਂ ਜੋ ਤੁਸੀਂ ਉਸਨੂੰ ਪਵਿੱਤਰ ਰੱਖ ਸਕੋ। 6 ਦਿਨ ਤੁਸੀਂ ਮਿਹਨਤ ਕਰੋਗੇ ਤੇ ਸਾਰਾ ਕੰਮ ਕਰੋਗੇ, ਪਰ 7ਵਾਂ ਦਿਨ ਪ੍ਰਭੂ ਦਾ ਸਬਤ ਹੈ ਜੋ ਤੁਹਾਡਾ ਰੱਬ ਹੈ। ਇਹ ਯਿਸੂ ਲਈ ਮਹੱਤਵਪੂਰਨ ਹੈ ਕਿ ਉਸਦਾ ਬਚਾਇਆ ਹੋਇਆ ਗਰੁੱਪ ਉਸਦੇ ਕਦਮਾਂ ਤੇ ਚੱਲਦਾ ਹੈ 7ਵੇਂ ਦਿਨ ਨੂੰ ਰੱਖ ਕੇ। ਇੱਥੇ ਨਵੇਂ ਸਮਝੌਤੇ ਦੇ ਲੋਕ ਹਨ। ਪਰਮੇਸ਼ਵਰ ਨੇ ਇਹਨਾਂ ਬਾਰੇ ਇਬਰਾਨੀਆਂ 10:16 ਵਿੱਚ ਕਿਹਾ ਹੈ, ਮੈਂ ਆਪਣੇ ਨਿਯਮਾਂ ਨੂੰ ਉਹਨਾਂ ਦੇ ਦਿਲ ਦੇ ਵਿੱਚ ਪਾ ਦੇਵਾਂਗਾ ਅਤੇ ਉਹਨਾਂ ਦੇ ਮਨ ਦੇ ਵਿੱਚ ਮੈਂ ਉਹਨਾਂ ਨੂੰ ਲਿਖਾਂਗਾ। ਪਰਮੇਸ਼ਵਰ ਦੇ ਲੋਕ ਕੋਈ ਸੁਪਰ ਸੰਤ ਨਹੀਂ ਹਨ, ਉਹ ਕਮਜ਼ੋਰ ਹੁੰਦੇ ਹਨ ਅਤੇ ਗਲਤੀਆਂ ਕਰਦੇ ਹਨ। ਪਰਮੇਸ਼ਵਰ ਦੀ ਖਿਮਾ ਦੀ ਲੋੜ ਹੈ। ਉਹ ਮੰਨਦੇ ਹਨ ਕਿ ਉਹਨਾਂ ਨੂੰ ਉਹਨਾਂ ਦੇ ਮੁਕਤੀਦਾਤਾ ਯਿਸੂ ਦੀ ਲੋੜ ਹੈ। ਪਰਮੇਸ਼ਵਰ ਨੇ ਆਪਣੇ ਨਿਯਮ ਨੂੰ ਉਹਨਾਂ ਦੇ ਮਨਾਂ ਵਿੱਚ ਬਣਾ ਰੱਖਿਆ ਹੈ, ਇਸ ਲਈ ਉਹ ਇਸ ਨੂੰ ਜਾਣਦੇ ਹਨ ਅਤੇ ਉਹਨਾਂ ਦੇ ਦਿਲ ਵਿੱਚ ਇਸ ਲਈ ਉਸ ਨੂੰ ਪਸੰਦ ਕਰਦੇ ਹਨ। ਆਓ ਹੋਰ ਖੋਜੀਏ। ਪ੍ਰਲੋਕਿਸ ਨਾਮ ਦੀ ਕਿਤਾਬ ਆਖਰੀ ਦਿਨਾਂ ਦੇ ਲੋਕਾਂ ਦਾ ਵਰਣਨ ਕਰਦੀ ਹੈ, ਜਿਸ ਦੀਆਂ 2 ਵਿਸ਼ੇਸ਼ਤਾਵਾਂ ਹਨ। ਉਹ ਹੁਕਮ ਸਾਰੇ ਅਤੇ ਉਹਨਾਂ ਕੋਲ ਯਿਸੂ ਦੀ ਸ਼ਹਾਦਤ ਹੈ। ਬਾਈਬਲ ਯਿਸੂ ਦੀ ਸ਼ਹਾਦਤ ਨੂੰ ਪਰਿਭਾਸ਼ਿਤ ਕਰਦੀ ਹੈ 19:10 ਦੇ ਵਿੱਚ। ਇਸ ਵਿੱਚ ਲਿਖਿਆ ਹੈ ਕਿ ਯਿਸੂ ਦੀ ਸ਼ਹਾਦਤ ਭਵਿੱਖਬਾਣੀ ਦੀ ਭਾਵਨਾ ਹੈ। ਠੀਕ ਹੈ, ਇਹ ਸਪਸ਼ਟ ਹੈ। ਪਰਮੇਸ਼ਵਰ ਦੇ ਆਖਰੀ ਦਿਨ ਲੋਕ ਤੋਹਫੇ ਤੋਂ ਸੇਧ ਲੈਣਗੇ। ਪੈਗੰਬਰੀ ਸ਼ਬਦ ਹੈ 1 ਕੁਰਿੰਥੀਆਂ 1:7 ਦੇ ਵਿੱਚ, ਤਾਂ ਜੋ ਤੁਸੀਂ ਕਿਸੇ ਵੀ ਤੋਹਫੇ ਵਿੱਚ ਘੱਟ ਹੋ। ਇਸ ਖੁਲਾਸੇ ਦਾ ਬੇਸਬਰੀ ਨਾਲ ਉਡੀਕ ਕਰਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦਾ। ਚਰਚ ਯਿਸੂ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਕਿਸੇ ਵੀ ਅਧਿਆਤਮਿਕ ਤੋਹਫੇ ਦੀ ਕਮੀ ਨਹੀਂ ਹੋਵੇਗੀ। ਆਤਮਾ ਦਾ ਇੱਕ ਤੋਹਫਾ ਭਵਿੱਖਬਾਣੀ ਦਾ ਤੋਹਫਾ ਹੈ। ਜੇ ਭਵਿੱਖਬਾਣੀ ਦਾ ਤੋਹਫਾ ਪਹਿਲੀ ਸਦੀ ਦੇ ਚਰਚ ਦੇ ਵਿੱਚ ਲੋੜ ਸੀ ਇਸ ਦਾ ਮਾਰਗਦਰਸ਼ਨ ਕਰਨ ਲਈ ਅਤੇ ਇਸ ਨੂੰ ਗਲਤੀਆਂ ਤੋਂ ਬਚਾਉਣ ਦੇ ਲਈ, ਇਸ ਦੀ ਆਖਰੀ ਦਿਨ ਦੀ ਚਰਚ ਵਿੱਚ ਵੀ ਲੋੜ ਹੋਵੇਗੀ। ਆਤਮਾ ਦੇ ਸਾਰੇ ਤੋਹਫੇ ਪਰਮੇਸ਼ਵਰ ਦੇ ਚਰਚ ਵਿੱਚ ਪ੍ਰਗਟ ਹੋਣਗੇ। ਇੱਕ ਸ਼ਕਤੀਸ਼ਾਲੀ ਹੋਵੇਗਾ ਆਤਮਾ ਭਰੀ ਚਰਚ ਜੋ ਸੰਸਾਰ ਨੂੰ ਪ੍ਰਭਾਵਿਤ ਕਰੇਗੀ। ਉਹ ਆਪਣੇ ਚਰਚ ਨੂੰ ਗੈਰ ਸਧਾਰਨ ਪੈਗੰਬਰੀਆਂ ਅੰਤਰਦ੍ਰਿਸ਼ਟੀ ਨਾਲ ਆਸ਼ੀਰਵਾਦ ਦੇਣਗੀ। ਨਾਟਕੀ ਸਫਲਤਾਵਾਂ ਹੋਣਗੀਆਂ। ਪਵਿੱਤਰ ਆਤਮਾ ਸਾਡੇ ਅੰਦਰ ਭਰੇਗੀ ਹਜ਼ਾਰਾਂ ਨਾਲ। ਉਹ ਉਸ ਦੇ ਅਧਿਆਤਮਿਕ ਭਾਈਚਾਰੇ ਦਾ ਹਿੱਸਾ ਬਣ ਜਾਣਗੇ। ਯਿਸੂ ਆਪਣੇ ਚੇਲਿਆਂ ਨੂੰ ਸਾਰੀ ਦੁਨੀਆ ਵਿੱਚ ਜਾਣ ਲਈ ਕਹੇਗਾ। ਸੱਚਾ ਗਿਰਜਾਘਰ ਇੱਕ ਵਿਸ਼ਵਵਿਆਪੀ ਸੰਸਥਾ ਹੋਵੇਗੀ। ਮਸੀਹ ਪ੍ਰਤੀ ਵਚਨਬੱਧਤਾ ਅਤੇ ਉਸਦੇ ਵਚਨ ਪ੍ਰਤੀ ਆਗਿਆਕਾਰਿਤਾ। ਮੱਤੀ 28:19-20 ਵਿੱਚ ਇਸ ਤਰ੍ਹਾਂ ਕਿਹਾ ਗਿਆ, ਇਸ ਲਈ ਜਾਓ ਅਤੇ ਸਾਰੇ ਰਾਸ਼ਟਰਾਂ ਦੇ ਚੇਲੇ ਬਣਾਓ,
ਉਹਨਾਂ ਨੂੰ ਸਾਰੀ ਚੀਜ਼ਾਂ ਦਾ ਨਿਰੀਖਣ ਕਰਨਾ ਸਿਖਾਓ। ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਲਓ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਉਮਰ ਦੇ ਅੰਤ ਤੱਕ। ਆਮੀਨ। ਹਰ ਉਮਰ ਵਿੱਚ ਪਰਮੇਸ਼ਵਰ ਕੋਲ ਅਜਿਹੇ ਲੋਕ ਹੁੰਦੇ ਹਨ ਜੋ ਉਸਦੀ ਕਿਰਪਾ ਦਾ ਜਵਾਬ ਦਿੰਦੇ ਹਨ ਅਤੇ ਉਹ ਆਪਣੀ ਜ਼ਿੰਦਗੀਆਂ ਵਚਨਬੱਧ ਕਰਦੇ ਹਨ ਅਤੇ ਉਸਦੇ ਪਿੱਛੇ ਪਿੱਛੇ ਉਹ ਬਪਤਿਸਮਾ ਲੈ ਕੇ ਆਉਂਦੇ ਹਨ। ਪ੍ਰਕਾਸ਼ਨ 14:6 ਇਸ ਆਖਰੀ ਦਿਨ ਦੀ ਲਹਿਰ ਦਾ ਵਰਣਨ ਕਰਦੀ ਹੈ। ਫਿਰ ਮੈਂ ਇੱਕ ਹੋਰ ਫਰਿਸ਼ਤਾ ਨੂੰ ਸਵਰਗ ਦੇ ਵਿਚਕਾਰ ਉੱਡਦੇ ਹੋਏ ਵੇਖਿਆ। ਸਦੀਵੀ ਸ਼ੁਭ ਸਮਾਚਾਰ ਹੋਣਾ, ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਉਪਦੇਸ਼ ਦੇਣਾ, ਹਰ ਕੌਮ, ਕਬੀਲੇ, ਜੀਬ ਅਤੇ ਲੋਕਾਂ ਨੂੰ ਉੱਚੀ ਆਵਾਜ਼ ਨਾਲ ਕਹਿਣਾ, ਰੱਬ ਤੋਂ ਡਰੋ, ਉਸਦਾ ਮਾਣ ਦਿਓ। ਉਸਦੇ ਫੈਸਲੇ ਦੇ ਘੰਟੇ ਬਾਅਦ ਹੀ ਆ ਗਿਆ। ਉਸਦੀ ਆਰਾਧਨਾ ਕਰੋ ਜਿਸਨੇ ਸਵਰਗ ਅਤੇ ਧਰਤੀ, ਸਮੁੰਦਰ ਨੂੰ ਬਣਾਇਆ ਅਤੇ ਪਾਣੀ ਦੇ ਝਰਨਿਆਂ ਨੂੰ। ਦੋਸਤੋ, ਇਹ ਕੋਈ ਛੋਟੀ ਜਿਹੀ ਗੈਰਕਾਰੀ ਲਹਿਰ ਨਹੀਂ ਹੈ। ਇਹ ਇੱਕ ਵਿਸ਼ਵਵਿਆਪੀ ਲਹਿਰ ਹੈ ਜੋ ਕਿ ਸ਼ੁਭ ਸਮਾਚਾਰ ਦਾ ਜ਼ੋਰ ਨਾਲ ਐਲਾਨ ਕਰਦੀ ਹੈ। ਪਰਮੇਸ਼ਵਰ ਤੋਂ ਡਰਨ ਦਾ ਮਤਲਬ ਇਹ ਨਹੀਂ ਕਿ ਡਰਨਾ, ਇਸ ਦਾ ਮਤਲਬ ਹੈ ਉਸਨੂੰ ਆਦਰ ਦੇਣਾ, ਉਸੀ ਨੂੰ ਆਦਰ ਦੇਣਾ। ਅਸੀਂ ਉਸਨੂੰ ਇਸ ਗੱਲ ਦਾ ਸਨਮਾਨ ਕਰਦੇ ਹਾਂ ਕਿ ਅਸੀਂ ਕਿਵੇਂ ਰਹਿੰਦੇ ਹਾਂ, ਸਾਡੀ ਖੁਰਾਕ ਵਿੱਚ, ਸਾਡੇ ਜੀਵਨ ਸ਼ੈਲੀ ਦੋਨਾਂ ਦੇ ਵਿੱਚ। ਪਹਿਲਾ ਕੁਰਿੰਥੀਆਂ 10:31 ਕਹਿੰਦਾ ਹੈ, ਜੋ ਕੁਝ ਵੀ ਤੁਸੀਂ ਖਾਂਦੇ ਹੋ ਜਾਂ ਪੀਂਦੇ ਹੋ ਉਹ ਪਰਮੇਸ਼ਵਰ ਦੀ ਮਹਿਮਾ ਦੇ ਲਈ ਕਰਦੇ ਹੋ। ਸਵਰਗਦੂਤ ਦਾ ਸੁਨੇਹਾ ਸਵਰਗ ਦੇ ਵਿਚਕਾਰ ਉੱਡ ਰਿਹਾ ਹੈ। ਇੱਕ ਚਰਚ ਇੱਕ ਅੰਦੋਲਨ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਕਿ ਮਰਦਾਂ ਅਤੇ ਔਰਤਾਂ ਨੂੰ ਇਸ ਤੱਤ ਨੂੰ ਬੁਲਾਉਂਦਾ ਹੈ, ਇਸ ਲਈ ਤਾਂ ਜੋ ਆਪਣੇ ਕੰਮਾਂ ਲਈ ਪਰਮੇਸ਼ਵਰ ਪ੍ਰਤੀ ਜਵਾਬਦੇਹ ਹੋਣ। ਗੈਰ ਜ਼ਿੰਮੇਦਾਰੀ ਦੇ ਯੁੱਗ ਦੇ ਵਿੱਚ ਪਰਮੇਸ਼ਵਰ ਸਾਨੂੰ ਨੈਤਿਕ ਅਤੇ ਆਗਿਆਕਾਰੀ ਹੋਣ ਦੀ ਅਪੀਲ ਕਰਦਾ ਹੈ। ਮਨੁੱਖਤਾ ਲਈ ਪਰਮੇਸ਼ਵਰ ਦਾ ਅੰਤਿਮ ਸੰਦੇਸ਼ ਐਲਾਨ ਕਰਦਾ ਹੈ। ਉਸਦੇ ਨਿਰਣੇ ਦਾ ਸਮੇਂ ਆ ਗਿਆ ਹੈ। ਇਹ ਧਰਤੀ ਦੇ ਇਤਿਹਾਸ ਦਾ ਇੱਕ ਖਾਸ ਸਮਾਂ ਹੈ। ਹੁਣ ਆਮ ਵਾਂਗ ਕੋਈ ਹੋਰ ਕਾਰੋਬਾਰ ਨਹੀਂ ਹੈ। ਪਰਮੇਸ਼ਵਰ ਦੇ ਅੰਤਿਮ ਬੁਲਾਹਟ ਹੈ ਕਿ ਅਸੀਂ ਆਪਣੇ ਰਚਨਾਕਾਰ ਦੀ ਆਰਾਧਨਾ ਕਰੀਏ। ਸਬਤ ਪਰਮੇਸ਼ਵਰ ਦੇ ਆਖਰੀ ਦਿਨ ਦੇ ਜ਼ਰੂਰੀ ਸੰਦੇਸ਼ਾਂ ਦਾ ਹਿੱਸਾ ਹੈ। ਯੀਸ਼ੂ ਤੁਹਾਨੂੰ ਇਹ ਵਿਸ਼ੇਸ਼ਤਾਵਾਂ ਦਿੰਦਾ ਹੈ ਅਤੇ ਕਹਿੰਦਾ ਹੈ, ਜਾਓ ਮੇਰਾ ਚਰਚ ਲੱਭੋ। ਜਦੋਂ ਤੁਸੀਂ ਚਾਹੁੰਦੇ ਹੋ ਤਾਂ ਕੀ ਵਾਅਦਾ ਕਰਦਾ ਹੈ? ਲੂਕਾ 11:9। ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਪੁੱਛੋ ਅਤੇ ਇਹ ਤੁਹਾਨੂੰ ਦਿੱਤਾ ਜਾਵੇਗਾ, ਤਲਾਸ਼ ਕਰੋ ਤਾਂ ਤੁਹਾਨੂੰ ਉਹ ਲੱਭ ਜਾਵੇਗਾ, ਦਸਤਕ ਦਵੋ ਤਾਂ ਤੁਹਾਡੇ ਲਈ ਖੋਲ ਦਿੱਤਾ ਜਾਵੇਗਾ। ਮੈਂ ਇਸ ਵਾਅਦੇ ਨੂੰ ਬਹੁਤ ਹੀ ਮਾਣ ਦੇ ਨਾਲ ਦੇ ਰਿਹਾ। ਪਰਮੇਸ਼ਵਰ ਦਾ ਅਵਿਸ਼ੇਸ਼ ਪਛਾਣ ਕਰਨ ਦੀ ਵਿਸ਼ੇਸ਼ਤਾ ਨੂੰ ਪੂਰਾ ਕਰਨਾ ਹੈ ਜੋ ਅਸਲੀ ਚਰਚ ਦਾ ਖੁਲਾਸਾ 12 ਪ੍ਰਕਾਸ਼ਨ ਵਿੱਚ ਕੀਤਾ ਗਿਆ ਹੈ। ਸ਼ਾਸਤਰ ਰਾਹੀਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦਾ ਚਰਚ ਹਨੇਰੇ ਯੁੱਗ ਤੋਂ ਬਾਅਦ ਜੰਗਲਾਂ ਤੋਂ ਵਿੱਚ ਨਜ਼ਰ ਆਉਂਦਾ ਹੈ। ਅਸੀਂ ਬਾਈਬਲ ਵਿੱਚ ਇਹ ਭਵਿੱਖਬਾਣੀ ਵੇਖੀ। ਪਰਮੇਸ਼ਵਰ ਦਾ ਬਾਕੀ ਬਚਿਆ ਹੋਇਆ ਚਰਚ 1798 ਤੋਂ ਬਾਅਦ ਧਰਤੀ ਦੇ ਦ੍ਰਿਸ਼ ਵਿੱਚ ਨਜ਼ਰ ਆਉਂਦਾ ਹੈ। ਇਹ ਬਹੁਤ ਹੀ ਬਿਆਨ ਕਰਨ ਵਾਲੀ ਗੱਲ ਹੈ ਦੋਸਤੋ। 7ਵੇਂ ਦਿਨ ਦੀ ਐਡਵੈਂਟਿਸਟ ਚਰਚ ਯੋਗਤਾ ਪੂਰੀ ਕਰਦੀ ਹੈ। ਬਾਕੀ ਦੇ ਕੋਲ ਉਹ ਸੱਚਾਈਆਂ ਹੋਣਗੀਆਂ ਜਿਵੇਂ ਕਿ ਨਵੇਂ ਨੇਮ ਪ੍ਰਦਾਨ ਕਰਦਾ ਹੈ। ਸਿੱਖਿਆਵਾਂ ਸਾਰੇ ਪਵਿੱਤਰ ਬਾਈਬਲ ਨਾਲ ਸਹਿਮਤ ਹੋਣਗੀਆਂ। ਪਰਮੇਸ਼ਵਰ ਦਾ ਸ਼ੁਰੂਆਤੀ ਨਵਾਂ ਨਿਯਮ ਚਰਚ ਸਰਲ ਅਤੇ ਬਾਈਬਲ ਦੇ ਵਿੱਚੋਂ ਹੈ। ਪਰਮੇਸ਼ਵਰ ਦਾ ਆਖਰੀ ਦਿਨ ਦਾ ਚਰਚ ਸਰਲ ਅਤੇ ਬਾਈਬਲ ਦੇ ਵਿੱਚੋਂ ਹੈ। ਉਹ ਹੀ ਇੱਕੋ ਜਿਹੇ ਹਨ। ਬਚਿਆ ਹੋਇਆ ਚਰਚ ਸਾਨੂੰ ਇਹ ਸਿਖਾਏਗਾ ਜੋ ਯੀਸ਼ੂ ਨੇ ਸਾਨੂੰ ਸਿਖਾਇਆ ਹੈ। ਇਸ ਲਈ ਜਦੋਂ ਮਸੀਹ ਨੇ ਕਿਹਾ ਕਿ ਲਾਜ਼ਰ ਕਬਰ ਵਿੱਚ ਸੋ ਰਿਹਾ ਹੈ ਤਾਂ ਮੈਂ ਦੇਖਦੀ ਹਾਂ ਕਿ ਬਾਈਬਲ ਮੌਤ ਵੱਲ ਇਸ਼ਾਰਾ ਕਰਦੀ ਹੈ, ਇੱਕ ਸ਼ਾਂਤ ਨੀਂਦ ਵਜੋਂ, ਜਦ ਤੱਕ ਯੀਸ਼ੂ ਨਹੀਂ ਆਉਂਦਾ। ਅਤੇ ਫਿਰ ਇਹ ਸਿੱਖੋ ਕਿ ਜਦੋਂ ਯੀਸ਼ੂ ਆਉਂਦਾ ਹੈ ਸਾਨੂੰ ਬਚਾਉਣ ਦੇ ਲਈ ਆਕਾਸ਼ ਦੇ ਵਿੱਚ, ਇਹ ਸਵਰਗ ਦੀ ਸਾਰੀ ਸ਼ਕਤੀ ਅਤੇ ਸ਼ਾਨ ਦੇ ਨਾਲ ਆਉਂਦਾ ਹੈ। ਇਸ ਲਈ ਇਹ ਕੋਈ ਭੇਦ ਨਹੀਂ ਹੈ। ਫਿਰ ਮੈਨੂੰ ਇੱਕ ਚਰਚ ਲੱਭਣੀ ਚਾਹੀਦੀ ਹੈ ਜੋ ਯੀਸ਼ੂ ਦੇ ਵਰਣਨ ਨੂੰ ਬਰਕਰਾਰ ਰੱਖਦੀ ਹੈ ਅਤੇ ਇਹ ਵੀ ਸਿਖਾਉਂਦੀ ਹੈ। 7ਵੇਂ ਦਿਨ ਦਾ ਐਡਵੈਂਟਿਸਟ ਚਰਚ ਇਸ ਯੋਗਤਾ ਨੂੰ ਪੂਰੀ ਕਰਦਾ ਹੈ। ਬਾਕੀ ਸਾਰੇ 10ਵਾਂ ਹੁਕਮਾਂ ਨੂੰ ਸੰਭਾਲਣਾ, ਜਿਸ ਵਿੱਚ 7ਵੇਂ ਦਿਨ ਨੂੰ ਸਬਤ ਨੂੰ ਯਾਦ ਰੱਖਣਾ, ਚੌਥੀ ਹੁਕਮ ਬਾਕੀ ਬਚੇ ਲੋਕਾਂ ਨੂੰ ਬਾਈਬਲ ਵੱਲ ਆਪਸ ਲੈ ਜਾਂਦੇ ਹਨ। ਸਬਤ ਅਤੇ ਉਹਨਾਂ ਦੇ ਰਚਨਾਕਾਰ ਦੀ ਆਰਾਧਨਾ ਕਰਨ ਦੇ ਲਈ 7ਵੇਂ ਦਿਨ ਦਾ ਐਡਵੈਂਟਿਸਟ ਚਰਚ ਯੋਗਤਾ ਪੂਰੀ ਕਰਦਾ ਹੈ। ਬਾਕੀ ਬਚੇ ਹੋਏ ਲੋਕਾਂ ਨੂੰ ਭਵਿੱਖਬਾਣੀ ਦਾ ਤੋਹਫਾ ਮਿਲੇਗਾ। ਉਹ ਬਾਈਬਲ ਦੀ ਭਵਿੱਖਬਾਣੀ ਦਾ ਐਲਾਨ ਕਰਨਗੇ ਅਤੇ ਸੰਸਾਰ ਨੂੰ ਸਿਖਾਉਣਗੇ। ਫਿਰ 7ਵੇਂ ਦਿਨ ਦੀ ਐਡਵੈਂਟਿਸਟ ਚਰਚ ਯੋਗਤਾ ਪੂਰੀ ਕਰਦੀ ਹੈ। ਬਚੇ ਹੋਏ ਲੋਕ ਅੰਤਿਮ ਅੰਤ ਦੇ ਸਮੇਂ ਦੇ ਸੰਦੇਸ਼ ਦਾ ਪ੍ਰਚਾਰ ਕਰਨਗੇ। 3 ਫਰਿਸ਼ਤੇ ਦੇ ਸੰਦੇਸ਼ ਜੋ ਕਿ 14 ਵਿੱਚ ਅਸੀਂ ਦੇਖਦੇ ਹਾਂ। ਅਸੀਂ ਇਹਨਾਂ ਦੀ ਬਾਣੀਆਂ ਦਾ ਅਧਿਐਨ ਕੀਤਾ ਤੇ ਸਪਸ਼ਟ ਰੂਪ ਵਿੱਚ ਦੇਖਦੇ ਹਾਂ ਕਿ ਪਰਮੇਸ਼ਵਰ ਦੇ ਨਿਰਣੇ ਦਾ ਸਮੇਂ ਆ ਗਿਆ ਹੈ ਅਤੇ ਅਸੀਂ ਉਸ ਦੀ ਆਰਾਧਨਾ ਕਰਨੀ ਹੈ ਜਿਸਨੇ ਸਵਰਗ ਅਤੇ ਧਰਤੀ ਬਣਾਈ ਹੈ। ਅਤੇ ਇਹ ਕਿ ਬੈਬੀਲੋਨ ਡਿੱਗ ਗਈ ਹੈ ਅਤੇ ਅਸੀਂ ਉਸ ਦੇ ਵਿੱਚੋਂ ਬਾਹਰ ਆ ਜਾਵਾਂਗੇ। ਅਸੀਂ ਉਸ ਦੇ ਕਿਸੇ ਦੇ ਪਾਪ ਦਾ ਵੀ ਹਿੱਸਾ ਨਹੀਂ ਬਣਾਂਗੇ। ਅੱਜ ਲਈ ਪਰਮੇਸ਼ਵਰ ਦਾ ਚਰਚ ਲਾਜ਼ਮੀ ਤੌਰ ਤੇ ਲੋਕਾਂ ਨੂੰ ਬੈਬੀਲੋਨ ਤੋਂ ਬਾਹਰ ਬੁਲਾਉਣਾ ਹੈ, ਨਾ ਕਿ ਉਸ ਨਾਲ ਇਕਜੁੱਟ ਹੋਣਾ। ਅਤੇ ਜਾਨਵਰ ਅਤੇ ਉਸ ਦੇ ਅਕਸ ਤੇ ਉਸ ਦੇ ਨਿਸ਼ਾਨ ਤੋਂ ਸੁਚੇਤ ਰਹੋ। ਅੱਜ ਪਰਮੇਸ਼ਵਰ ਦਾ ਚਰਚ ਲੋਕਾਂ ਨੂੰ ਦੱਸੇਗਾ ਜਾਨਵਰ ਦੇ ਨਿਸ਼ਾਨ ਤੋਂ ਕਿਵੇਂ ਬਚਿਆ ਜਾਵੇ। ਯੀਸ਼ੂ ਕਹਿੰਦਾ ਹੈ, ਇਹ ਮੇਰੇ ਲਈ 3 ਮਹੱਤਵਪੂਰਨ ਆਖਰੀ ਦਿਨ ਦੇ 2 ਸੰਦੇਸ਼ ਹਨ ਤਾਂ ਜੋ ਸੰਸਾਰ ਵਿੱਚ ਇਹ ਫੈਲਣ।
ਉਸਦਾ ਬਾਕੀ ਬਚਿਆ ਚਰਚ ਉਸਦੀ ਸਿੱਖਿਆ ਨੂੰ ਪੂਰੀ ਕਰੇਗਾ ਕਿਉਂਕਿ ਉਹ ਉਸ ਨੂੰ ਪਿਆਰ ਕਰਦੇ ਹਨ ਅਤੇ ਹੋਰਨਾਂ ਪ੍ਰਤੀ ਆਪਣੇ ਪਿਆਰ ਤੋਂ ਬਾਹਰ ਉਹ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਨ ਤਾਂ ਜੋ ਉਹ ਬਚ ਸਕਣ। 7ਵੇਂ ਦਿਨ ਦਾ ਐਡਵੈਂਟਿਸਟ ਚਰਚ ਯੋਗਤਾ ਪੂਰੀ ਕਰਦਾ ਹੈ। ਬਚੇ ਹੋਏ ਪਰਮੇਸ਼ਰ ਦੇ ਚਰਚ ਜੋ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ਰ ਦਾ ਫੈਸਲਾ ਹੁਣ ਕੀ ਹੈ ਅਤੇ ਇਹ ਕਿ ਉਹ ਸਾਨੂੰ ਉਸਨੂੰ ਸਿਰਜਣਹਾਰ ਵਜੋਂ ਉਸਨੂੰ ਪੂਜਣਾ ਹੈ ਅਤੇ ਉਸਦਾ ਸਨਮਾਨ ਕਰਨਾ ਹੈ, ਉਸਦੀ ਆਰਾਧਨਾ ਕਰਨੀ ਹੈ ਆਪਣੇ ਸਬਤ ਨੂੰ ਰੱਖ ਕੇ ਉਸਦੀ ਰਚਨਾਤਮਕ ਸ਼ਕਤੀ ਦੇ ਸੰਕੇਤ ਵਜੋਂ। ਬਾਕੀ ਬਚੇ ਲੋਕਾਂ ਨੂੰ ਬੁਲਾਉਣਾ ਹੈ ਮਸੀਹ ਪ੍ਰਤੀ ਪੂਰੀ ਤਰ੍ਹਾਂ ਵਚਨਬੱਧਤਾ ਦਿਖਾਉਣ ਦੇ ਲਈ। ਫਿਰ 7ਵੇਂ ਦਿਨ ਦੀ ਐਡਵੈਂਟਿਸਟ ਚਰਚ ਇਸ ਯੋਗਤਾ ਨੂੰ ਪੂਰਾ ਕਰਦੀ ਹੈ। ਅਵਸ਼ੇਸ਼ ਇੱਕ ਵਿਸ਼ਵ ਵਿਆਪੀ ਮਿਸ਼ਨ ਸੰਚਾਲਿਤ ਲਹਿਰ ਹੋਵੇਗੀ। ਹਰ ਕੌਮ ਨੂੰ ਸੁਸਮਾਚਾਰ ਫੈਲਾਉਣਾ ਹੈ ਦਿਆਲੂ ਪਰਮੇਸ਼ਵਰ ਦਾ ਹਰ ਜੀਵ ਅਤੇ ਹਰ ਲੋਕਾਂ ਦੇ ਵਿਚਕਾਰ। ਇਹ ਇੱਕ ਅੰਦੋਲਨ ਹੋਵੇਗਾ ਜੋ ਸਾਰੀ ਨਸਲਾਂ ਦੇ ਮਰਦਾਂ ਤੇ ਔਰਤਾਂ ਨੂੰ ਸਵੀਕਾਰ ਕਰਦਾ ਹੈ, ਸਾਰੇ ਭਾਸ਼ਾ, ਸਾਰੇ ਗਰੁੱਪ ਅਤੇ ਸਾਰੇ ਧਰਮ। ਇੱਕ ਅੰਦੋਲਨ ਜੋ ਵਿਸ਼ਵਾਸ ਨਹੀਂ ਕਰਦਾ ਕਿ ਪਰਮੇਸ਼ਵਰ ਕਿਸੇ ਇੱਕ ਨਸਲ ਜਾਂ ਇੱਕ ਲੋਕਾਂ ਦਾ ਰੱਬ ਹੈ। 7ਵੇਂ ਦਿਨ ਦੀ ਐਡਵੈਂਟਿਸਟ ਚਰਚ ਇਹ ਸਭ ਤੋਂ ਵੱਡੀ ਅੰਤਰਰਾਸ਼ਟਰੀ ਪ੍ਰੋਟੈਸਟੈਂਟ ਮਿਸ਼ਨ ਲਹਿਰ ਹੈ। ਸੰਸਾਰ ਵਿੱਚ 237 ਦੇਸ਼ਾਂ ਵਿੱਚ 215 ਤੋਂ ਵੱਧ ਵਿੱਚ ਸਥਾਪਿਤ ਕੀਤਾ ਗਿਆ ਤੇ ਸੰਯੁਕਤ ਰਾਸ਼ਟਰ ਦੁਆਰਾ ਸੂਚੀਬੱਧ ਕੀਤਾ ਗਿਆ ਹੈ ਖੇਤਰ ਹੈ। ਇਸ ਲਈ 7ਵੇਂ ਦਿਨ ਦੀ ਐਡਵੈਂਟਿਸਟ ਚਰਚ ਇਸ ਯੋਗਤਾ ਨੂੰ ਪੂਰਾ ਕਰਦੀ ਹੈ। ਬਾਕੀ ਬਚਦਾ ਪੜਾਏਗਾ ਕਿ ਮੁਕਤੀ ਕੇਵਲ ਯਿਸੂ ਰਾਹੀਂ ਹੀ ਹੈ। ਉਹ ਸਦੀਵੀ ਦਾ ਸੁਸਮਾਚਾਰ ਹੈ ਅਤੇ ਸੱਚੀ ਕਲੀਸਿਆ 12 ਦੀ 11 ਤੇ ਜ਼ੋਰ ਦੇਵੇਗੀ ਅਤੇ ਉਹ ਮੇਮਨੇ ਦੇ ਖੂਨ ਨਾਲ ਜਿੱਤ ਗਏ ਪਰਮੇਸ਼ਵਰ ਦਾ ਆਖਰੀ ਦਿਨ ਲੋਕ ਪਾਪ ਦੇ ਪਾਰ ਹਨ। ਉਹ ਆਪਣੇ ਮਾਲਕ ਯਿਸੂ ਵਾਂਗ ਬਣ ਜਾਂਦੇ ਹਨ। ਪਰਮੇਸ਼ਵਰ ਦਾ ਕਲੀਸਿਆ ਇਸ ਨੂੰ ਸਪਸ਼ਟ ਕਰੇਗਾ। ਉਹ ਮੁਕਤੀ ਅਤੇ ਧਰਮ ਕੇਵਲ ਯਿਸੂ ਵਿੱਚ ਹੀ ਵਿਸ਼ਵਾਸ ਰੱਖਦੇ ਹਨ। 7ਵੇਂ ਦਿਨ ਦੀ ਐਡਵੈਂਟਿਸਟ ਚਰਚ ਇਸ ਯੋਗਤਾ ਨੂੰ ਪੂਰਾ ਕਰਦੀ ਹੈ ਅਤੇ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਰੈਮਨੈਂਟ ਮਸੀਹ ਦੀ ਮਿਸਾਲ ਇਸ ਗੱਲ ਲਈ ਹੈ ਕਿ ਉਹ ਕਿਵੇਂ ਰਹਿੰਦੇ ਹਨ, ਇੱਕ ਸਿਹਤਮੰਦ ਦਿਮਾਗ ਅਤੇ ਸਰੀਰ ਨੂੰ ਬਣਾਈ ਰੱਖਣਾ। ਬਾਕੀ ਬਚੇ ਹੋਏ ਲੋਕਾਂ ਨੂੰ ਉਤਸ਼ਾਹਿਤ ਕਰਨਗੇ ਅਤੇ ਉਹਨਾਂ ਦੀ ਪੂਰੀ ਸਿਹਤ ਦਾ ਖਿਆਲ ਰੱਖਣ ਲਈ ਅਤੇ ਉਹਨਾਂ ਦੇ ਸਰੀਰਾਂ ਨੂੰ ਪਰਮੇਸ਼ਵਰ ਦੇ ਮੰਤਰ ਵਾਂਗ ਵਿਵਹਾਰ ਕਰਨ ਦੇ ਲਈ, ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸਰੀਰ ਅਤੇ ਮਨ ਦੋਵਾਂ ਵਿੱਚ ਇੱਕ ਈਸਾਈ ਧਰਮ ਦੇ ਅਸਾਰੂ ਰਵੱਈਏ ਦਾ ਉਦਾਹਰਨ ਦੇਣਗੇ। ਅਸੀਂ ਇਹ ਚੁਣ ਸਕਦੇ ਹਾਂ ਕਿ ਅਸੀਂ ਕਿਸ ਦੇ ਰਵੱਈਏ ਨਾਲ ਰਹਿੰਦੇ ਹਾਂ। ਇਹ ਮੈਨੂੰ ਇੱਕ ਸਰਲ ਉਦਾਹਰਨ ਦੀ ਯਾਦ ਦਿਵਾਉਂਦਾ ਹੈ। ਮੈਂ ਇੱਕ ਬਜ਼ੁਰਗ ਮੂਲ ਨਿਵਾਸੀ ਨੇ ਆਪਣੇ ਪੋਤੇ ਨੂੰ ਦੱਸਿਆ, ਮੇਰਾ ਪੁੱਤਰ ਇੱਕ ਬਹੁਤ ਵੱਡੀ ਲੜਾਈ ਹੈ ਸਾਡੇ ਅੰਦਰ ਦੋ ਭੇੜੀਆਂ ਵਿਚਕਾਰ। ਇੱਕ ਤਾਂ ਬੁਰਾਈ ਹੈ, ਇੱਕ ਕ੍ਰੋਧ, ਈਰਖਾ, ਲੋਭ, ਨੀਚਤਾ ਦੀ ਨੁਮਾਇੰਦਗੀ ਕਰਦਾ ਹੈ, ਗੁੱਸਾ, ਝੂਠ ਅਤੇ ਹੰਕਾਰ, ਜਦੋਂ ਕਿ ਦੂਜਾ ਚੰਗਾ ਇੱਕ ਸ਼ਾਂਤੀ, ਪਿਆਰ, ਖੁਸ਼ੀ, ਆਸ, ਨਿਮਰਤਾ, ਦਿਆਲਤਾ, ਹਮਦਰਦੀ ਅਤੇ ਸੱਚ। ਛੋਟੇ ਮੁੰਡੇ ਨੇ ਆਪਣਾ ਸਿਰ ਆਪਣੇ ਹੱਥਾਂ ਵਿੱਚ ਰੱਖਿਆ ਤੇ ਕੁਝ ਸਮੇਂ ਲਈ ਇਸ ਬਾਰੇ ਸੋਚਣ ਲੱਗਾ। ਫਿਰ ਉਸਨੇ ਪੁੱਛਿਆ, ਦਾਦਾ ਜੀ, ਕਿਹੜੇ ਭੇੜੀਏ ਦੀ ਜਿੱਤ ਹੁੰਦੀ ਹੈ? ਬਜ਼ੁਰਗ ਨੇ ਚੁੱਪਚਾਪ ਮੂੰਹ ਨਾਲ ਜਵਾਬ ਦਿੱਤਾ, ਜਿਸ ਨੂੰ ਤੂੰ ਦੁੱਧ ਪਿਲਾਉਂਦਾ ਹੈ। 7ਵੇਂ ਦਿਨ ਦੀ ਐਡਵੈਂਟਿਸਟ ਚਰਚ ਇੱਕ ਸੁੰਦਰ ਬਾਈਬਲ ਸਹਿਤ ਸੰਦੇਸ਼ ਹੈ ਅਤੇ ਫਿਰ ਇਹ ਯੋਗਤਾ ਪੂਰੀ ਕਰਦਾ ਹੈ। ਨੂਹ ਦੇ ਦਿਨਾਂ ਦੇ ਵਿੱਚ ਪਰਮੇਸ਼ਵਰ ਕੋਲ ਇੱਕ ਵਿਲੱਖਣ ਸੰਦੇਸ਼ ਸੀ ਸਾਰੀ ਮਨੁੱਖਤਾ ਦੇ ਲਈ। ਨੂਹ ਨੇ ਮਰਦਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਸੁਰੱਖਿਆ ਦੀ ਬੇੜੀ ਵਿੱਚ ਦਾਖਲ ਹੋਣ ਦੇ ਲਈ। ਬਹੁ ਗਿਣਤੀ ਨੇ ਰੱਬ ਦੇ ਇਸ ਸੱਦੇ ਨੂੰ ਰੱਦ ਕਰ ਦਿੱਤਾ, ਪਰ ਪਰਮੇਸ਼ਵਰ ਕੋਲ ਅਜੇ ਵੀ ਕੁਝ ਵਫਾਦਾਰ ਲੋਕ ਸਨ ਜੋ ਬੇੜੀ ਦੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਏ। ਵਫਾਦਾਰ ਬਹੁਤ ਗਿਣਤੀ ਵਿੱਚੋਂ ਬਾਹਰ ਆਏ। ਲੋਕਪ੍ਰਿਯ ਜਨਤਾ ਤੋਂ ਦੂਰ ਵਿਸ਼ਵਾਸ ਵਿੱਚ ਇੱਕ ਕਦਮ ਚੁੱਕਣ ਲਈ ਕਾਲ ਹੋਈ, ਬੇੜੀ ਵਿੱਚ ਆਓ। ਅੱਜ ਪਰਮੇਸ਼ਵਰ ਦੀ ਆਗਿਆ ਤੇ ਉਸਦੇ ਹੁਕਮਾਂ ਦੀ ਪਾਲਣਾ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਉਸਦੀ ਸੁਰੱਖਿਆ ਦੀ ਬੇੜੀ ਵਿੱਚ ਉਸਦੀ ਚਰਚ ਦੇ ਵਿੱਚ ਆਓ। ਉਹਨੂੰ ਉਪਦੇਸ਼ ਦਿੱਤਾ ਗਿਆ, ਆਪਣੇ ਪਾਪਾਂ ਤੋਂ ਪਛਤਾਵਾ ਕਰੋ, ਸੰਸਾਰ ਤੋਂ ਬਾਹਰ ਨਿਕਲੋ ਅਤੇ ਬੇੜੀ ਵਿੱਚ ਆਓ। ਨਿਰਣੇ ਆ ਰਿਹਾ ਹੈ ਅਤੇ ਸਾਡੇ ਉੱਤੇ ਹੈ। ਬਾਕੀ ਦਾ ਚਰਚ ਪ੍ਰਚਾਰ ਕਰ ਰਿਹਾ ਹੈ, ਆਪਣੇ ਪਾਪਾਂ ਦਾ ਪਛਤਾਵਾ ਕਰੋ, ਬੈਬੀਲੋਨ ਤੋਂ ਬਾਹਰ ਆਓ, ਦੌੜੋ, ਬੇੜੀ ਵਿੱਚ ਆਓ। ਸੱਚਾ ਚਰਚ ਨਿਰਣਾ ਸਾਡੇ ਤੇ ਹੈ, ਯਿਸੂ ਆ ਰਿਹਾ ਹੈ। 7ਵੇਂ ਦਿਨ ਦੀ ਐਡਵੈਂਟਿਸਟ ਲਹਿਰ ਉਹ ਇੱਕੋ ਇੱਕ ਚਰਚ ਹੈ ਜੋ ਪਰਮੇਸ਼ਵਰ ਦੇ ਅੰਤ ਸਮੇਂ ਦਾ ਸੰਦੇਸ਼ ਫੈਲਾ ਰਹੀ ਹੈ। ਉਸਦੇ 3 ਫਰਿਸ਼ਤੇ ਸੰਦੇਸ਼, ਪੂਰੇ ਸਦੀਵੀ ਸ਼ੁਭ ਸਮਾਚਾਰ, ਜਾਨਵਰ ਦਾ ਨਿਸ਼ਾਨ ਅਤੇ ਪਰਮੇਸ਼ਵਰ ਦੇ ਬੱਚਿਆਂ ਨੂੰ ਬੁਲਾਇਆ ਜਾਣਾ, ਬੈਬੀਲੋਨ ਤੋਂ ਬਾਹਰ, ਚੇਤਾਵਨੀ ਦੇ ਇਸ ਸਮੁੱਚੇ ਰੂਪ ਵਿੱਚ ਦੋਸਤੋ ਸਾਰੇ ਸੰਸਾਰ ਵਿੱਚ ਜਿਵੇਂ ਯਿਸੂ ਸਾਨੂੰ ਕਰਨ ਦਾ ਹੁਕਮ ਦਿੰਦਾ ਹੈ। ਸ਼ੈਤਾਨ ਨੂੰ ਆਉਣ ਵਾਲੀ ਤਬਾਹੀ ਦੇ ਸੰਕੇਤ ਨਜ਼ਰ ਆਉਂਦੇ ਹਨ ਅਤੇ ਵਰਤਮਾਨ ਸਮੇਂ ਉਹ ਆਪਣਾ ਧੱਕਾ ਕਰ ਰਿਹਾ ਹੈ ਆਪਣੇ ਏਜੰਟਾਂ ਰਾਹੀਂ ਸਾਰੀ ਦੁਨੀਆ ਦੀ ਵਫਾਦਾਰੀ ਹਾਸਲ ਕਰਨ ਦੇ ਲਈ, ਜਿਵੇਂ ਕਿ ਦ ਬੀਸਟ ਆਫ ਪਾਵਰ ਪ੍ਰਕਾਸ਼ਨ ਉਸਦੇ 13 ਦੇ ਵਿੱਚ ਅਸੀਂ ਦੇਖਦੇ ਹਾਂ। ਇੰਨਾ ਕਿ ਲਗਭਗ ਸਾਰੀ ਦੁਨੀਆ ਜਾਨਵਰ ਤੋਂ ਬਾਅਦ ਸੋਚ ਰਹੀ ਹੈ। ਸ਼ੈਤਾਨ ਬਹੁਤ ਪਸੰਦ ਕਰੇਗਾ ਕਿ ਇਸ ਗ੍ਰਹਿ ਦੇ ਉੱਤੇ ਪਰਮੇਸ਼ਰ ਦਾ ਕੋਈ ਖੇਤਰ ਨਾ ਬਚੇ, ਤਾਂ ਜੋ ਯਿਸੂ ਨੂੰ ਕੋਈ ਅਧਿਕਾਰ ਨਾ ਹੋਵੇ ਵਾਪਸੀ ਦਾ ਤੇ ਲੋਕਾਂ ਨੂੰ ਬਚਾਉਣ ਦੇ ਲਈ। ਸਾਨੂੰ ਸਾਰੇ ਰੱਬ ਦੇ ਸੱਚ ਦੇ ਹੱਕ ਵਿੱਚ ਖੜੇ ਹੋਣਾ ਚਾਹੀਦਾ ਹੈ, ਜਿਵੇਂ ਕਿ ਨੂਹ ਨੇ ਕੀਤਾ ਸੀ।
ਭਾਵੇਂ ਅਸੀਂ ਹੱਸ ਵੀ ਸਕਦੇ ਹਾਂ ਨਾ, ਵਿਸ਼ਵਾਸੀਆਂ ਨੇ ਮਜ਼ਾਕ ਉਡਾਇਆ ਸੀ, ਸਾਡਾ ਹੋ ਸਕਦਾ ਹੈ ਮਖੌਲ ਉਡਾਇਆ ਜਾਵੇ। ਪਰਮੇਸ਼ਵਰ ਦੇ ਬੱਚੇ ਰਹਿਣ ਦੇ ਤੌਰ ਤੇ ਸਾਨੂੰ ਪ੍ਰਾਰਥਨਾ, ਬਾਈਬਲ ਅਧਿਐਨ ਦਾ ਜੀਵਨ ਜੀਣਾ ਚਾਹੀਦਾ ਹੈ ਅਤੇ ਹੋਰਨਾਂ ਦੇ ਲਈ ਸਾਨੂੰ ਇਹ ਕਰਨਾ ਚਾਹੀਦਾ ਹੈ। ਸਾਨੂੰ ਵਿਸ਼ਵਾਸੀਆਂ ਦੀ ਇੱਕ ਪੀੜ੍ਹੀ ਦੀ ਲੋੜ ਹੈ ਜੋ ਇਸ ਸ਼ੁਭ ਸਮਾਚਾਰ ਤੋਂ ਨਾ ਸ਼ਰਮਸਾਰ ਹੋਣ। 3 ਫਰਿਸ਼ਤੇ ਸੁਨੇਹੇ ਜੋ ਪਰਮੇਸ਼ਵਰ ਦੇ ਪਵਿੱਤਰ ਵਚਨ ਤੋਂ ਹੋਰ ਸਭ ਤੋਂ ਉੱਪਰ ਖੜੇ ਹੋਣਗੇ। ਸਾਨੂੰ ਇੱਕ ਅਜਿਹੀ ਪੀੜ੍ਹੀ ਦੀ ਲੋੜ ਹੈ ਜੋ ਮੁਕਤੀ ਦਾ ਐਲਾਨ ਕਰੇ ਕੇਵਲ ਯਿਸੂ ਦੇ ਨਾਮ ਦੇ ਵਿੱਚ। ਸਾਨੂੰ ਪ੍ਰਾਰਥਨਾ ਵਿੱਚ ਸ਼ਕਤੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਲੋੜ ਹੈ। ਇਹ ਜੰਗ ਦੀ ਕਾਰਵਾਈ ਹੈ। ਯਿਸੂ ਨਾਲ ਸਾਡਾ ਸੰਚਾਰ ਸਾਡਾ ਹਥਿਆਰ ਹੈ, ਸਾਡੀ ਢਾਲ ਹੈ। ਇਹ ਮਹਾਨ ਵਿਵਾਦ ਦੀ ਲੜਾਈ ਵਿੱਚ ਸਾਨੂੰ ਪ੍ਰਾਰਥਨਾ ਵਿੱਚ ਗੋਡਿਆਂ ਭਾਰ ਲੜਨਾ ਸਿੱਖਣਾ ਹੈ ਤੇ ਸਾਨੂੰ ਇਸ ਦੀ ਲੋੜ ਹੈ। ਸਾਨੂੰ ਯਿਸੂ ਨਾਲ ਉਸਦੇ ਕਿਸਮ ਦਾ ਨਿੱਜੀ ਰਿਸ਼ਤਾ ਹੋਣਾ ਚਾਹੀਦਾ ਹੈ ਜੋ ਆਉਣ ਵਾਲੀ ਪਰਖਾਂ ਵਿੱਚੋਂ ਗੁਜ਼ਰਨ ਲਈ ਸਾਡੀ ਮਦਦ ਕਰੇਗਾ। ਸਾਨੂੰ ਯਿਸੂ ਦੀ ਪ੍ਰਤੀਨਿਧਤਾ ਕਰਨ ਲਈ ਆਪਣੀ ਪੂਰੀ ਵਾਹ ਲਾਉਣੀ ਚਾਹੀਦੀ ਹੈ ਤਾਂ ਜੋ ਇਸ ਸਮੇਂ ਅਸੀਂ ਮੁਕਤੀ ਦੇ ਵਚਨਾਂ ਨੂੰ ਹੋਰਨਾਂ ਨਾਲ ਸਾਂਝਾ ਕਰ ਸਕੀਏ ਤੇ ਉਹਨਾਂ ਦੀ ਪ੍ਰਤੀਨਿਧਤਾ ਯਿਸੂ ਦੇ ਨਾਮ 'ਚ ਕਰ ਸਕੀਏ, ਜਿਵੇਂ ਕਿ ਨੋਹਾਂ ਦੇ ਦਿਨ ਦੇ ਵਿੱਚ ਸੀ। ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੇਵਲ 2 ਵਿਕਲਪ ਹਨ, ਤਾਂ ਜੋ ਪਰਮੇਸ਼ਵਰ ਦਾ ਰਸਤਾ ਚੁਣਨ ਲਈ ਅਤੇ ਸੁਰੱਖਿਆ ਦੀ ਬੇੜੀ ਵਿੱਚ ਜਾਣ ਲਈ, ਜਾਂ ਪ੍ਰਸਿੱਧ ਆਦਮੀ ਦਾ ਰਸਤਾ ਚੁਣੋ ਅਤੇ ਸਦੀਵੀ ਤਬਾਹੀ ਵੱਲ ਜਾਓ। ਲੋਕਾਂ ਨੂੰ ਇੱਕ ਸਪਸ਼ਟ ਸਮਝ ਹੋਣੀ ਚਾਹੀਦੀ ਹੈ ਇਹਨਾਂ 2 ਵਿਕਲਪਾਂ ਵਿੱਚੋਂ ਬਾਈਬਲ ਦਾ ਜਾਂ ਮਨੁੱਖ ਦੀ ਪਰੰਪਰਾ। ਇਹ ਨਹੀਂ ਕਿ ਬਨਾਮ ਬਦੀ ਦੀ ਲੜਾਈ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਕੌਣ ਜਿੱਤਦਾ ਹੈ ਔਰ ਇਹ ਰਾਜਾ ਯਿਸੂ। ਉਤਪਤੀ ਤੋਂ ਲੈ ਕੇ ਪ੍ਰਕਾਸ਼ਨ ਤੱਕ ਪਰਮੇਸ਼ਵਰ ਨੇ ਕਦੇ ਵੀ ਮਨੁੱਖਤਾ ਦਾ ਥੋੜਾ ਜਿਹਾ ਹਿੱਸਾ ਹੀ ਲਿਆ ਹੈ। ਇਸ ਬਾਰੇ ਸੋਚੋ, ਇੱਕ ਛੋਟਾ ਜਿਹਾ ਅਵਸ਼ੇਸ਼ ਜੋ ਉਸਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ ਅਤੇ ਦਿਲੋਂ ਇਸ ਨੂੰ ਮਨੋ 9 ਬੇੜੀ ਵਿੱਚ ਘੱਟ ਗਿਣਤੀ ਵਿੱਚ ਰੂਪ ਵਿੱਚ ਦਾਖਲ ਹੋਏ, ਪਰ ਉਹ ਬੇੜੀ ਤੋਂ ਬਹੁਤ ਗਿਣਤੀ ਵਜੋਂ ਬਾਹਰ ਨਿਕਲ ਗਿਆ। ਸਾਡਾ ਯਿਸੂ ਆਪਣੀ ਸ਼ਕਤੀ ਨੂੰ ਮੁਫਤ ਤੋਹਫੇ ਵਜੋਂ ਪੇਸ਼ ਕਰਦਾ ਹੈ। ਯਿਸੂ ਦੀ ਸ਼ਕਤੀ ਨਾਲ ਅਸੀਂ ਸਫਲ ਨਹੀਂ ਹੋ ਸਕਦੇ। ਸ਼ੈਤਾਨ ਦੇ ਗੁੱਸੇ ਦਾ ਸਾਡੇ ਉੱਤੇ ਕੋਈ ਅਸਰ ਨਹੀਂ ਹੁੰਦਾ। ਉਹ ਪਹਿਲਾਂ ਹੀ ਹਾਰਿਆ ਹੋਇਆ ਦੁਸ਼ਮਣ ਹੈ। ਉਹ ਸਵਰਗ ਦੀ ਜੰਗ ਵਿੱਚ ਹਾਰ ਚੁੱਕਾ ਹੈ ਤੇ ਉੱਥੋਂ ਬਾਹਰ ਕੱਢ ਦਿੱਤਾ ਗਿਆ ਹੈ। ਉਸਨੂੰ ਈਸਾ ਮਸੀਹ ਨੇ ਕ੍ਰਾਸ ਦੇ ਉੱਤੇ ਹਰਾ ਦਿੱਤਾ ਅਤੇ ਉਹਨੇ ਆਪਣਾ ਅਧਿਕਾਰ ਗਵਾ ਲਿਆ ਹੈ। ਉਸਨੂੰ ਆਪਣੇ ਕੇਸ ਵਿੱਚ ਕਾਨੂੰਨੀ ਤੌਰ ਤੇ ਹਾਰ ਦਿੱਤੀ ਜਾਵੇਗੀ। ਮਹਾਨ ਅਤੇ ਅੰਤਿਮ ਨਿਰਣੇ ਦੇ ਵਿੱਚ ਜਦੋਂ ਪਰਮੇਸ਼ਵਰ ਦੇ ਪਵਿੱਤਰ ਸ਼ਹਿਰ ਤੇ ਹਮਲਾ ਕਰੇਗਾ ਤਾਂ ਉਸਨੂੰ ਫਿਰ ਹਾਰ ਮਿਲੇਗੀ। ਅੰਤ ਵਿੱਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਧਰਤੀ ਦੇ ਚਿਹਰੇ ਤੋਂ ਦਾਗ, ਧੱਬੇ ਅਤੇ ਝੀਲ ਦੀ ਅੱਗ ਦੇ ਵਿੱਚ। ਇਸ ਤੋਂ ਪਹਿਲਾਂ ਕਿ ਉਹ ਆਪਣੀ ਕਿਸਮਤ ਨੂੰ ਚੱਲੇ, ਪਰਮੇਸ਼ਵਰ ਨਹੀਂ ਚਾਹੁੰਦਾ ਕਿ ਉਹ ਸੰਸਾਰ ਨੂੰ ਸੁਚੇਤ ਨਾ ਕਰੇ। ਸ਼ੈਤਾਨ ਬੁਖਾਰ ਨਾਲ ਕੰਧਾ ਬਣਾਉਂਦਾ ਹੈ ਅਤੇ ਸ਼ੁਭ ਸਮਾਚਾਰ ਫੈਲਾਉਣ ਦੇ ਰਾਹ ਦੇ ਵਿੱਚ ਰੁਕਾਵਟਾਂ ਨੂੰ ਸਥਾਨ ਦਿੰਦਾ ਹੈ। ਦੋਸਤੋ, ਯਕੀਨੀ ਬਣਾਓ ਕਿ ਕੁਝ ਵੀ ਨਾ ਹੋਵੇ ਤਾਂ ਉਸਨੂੰ ਕੋਈ ਨਹੀਂ ਰੋਕ ਸਕਦਾ ਇਸ ਲੜੀ ਦੌਰਾਨ ਆਪਣੀ ਬਾਈਬਲ ਵਿੱਚ ਹਾਜ਼ਰੀ ਭਰਨ ਤੇ ਸਿੱਖਣ ਤੋਂ। ਸ਼ੈਤਾਨ ਇੱਕ ਗਰਜਦੇ ਹੋਏ ਸਿੰਹ ਵਾਂਗ ਹੈ, ਇਹ ਜਾਣਦੇ ਹੋਏ ਕਿ ਉਸਦਾ ਸਮਾਂ ਛੋਟਾ ਹੈ ਅਤੇ ਉਸਨੂੰ ਨਿਰੁਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਹਰ ਤਰੀਕੇ ਦੇ ਨਾਲ। ਪਰ ਇਹ ਰੁਕਾਵਟਾਂ ਹੇਠਾਂ ਦਿਖ ਜਾਂਦੀਆਂ ਹਨ ਯਰੀਹੋ ਦੀਆਂ ਕੰਧਾਂ ਵਾਂਗੂ ਜਦੋਂ ਅਸੀਂ ਯਿਸੂ ਦੀ ਸ਼ਕਤੀ ਨੂੰ ਬੁਲਾਉਂਦੇ ਹਾਂ। ਮੇਰੇ ਦੋਸਤੋ, ਪਰਮੇਸ਼ਵਰ ਦੇ ਨਾਲ ਤੁਹਾਡੇ ਨੇਤਾ ਵਜੋਂ ਕੋਈ ਕੰਧ ਨਹੀਂ ਹੈ, ਕੋਈ ਸਰਹੱਦਾਂ ਅਤੇ ਕੋਈ ਅਜਿਹੀਆਂ ਸੀਮਾ ਨਹੀਂ ਹਨ ਜੋ ਤੁਹਾਡੀ ਮਦਦ ਨਹੀਂ ਕਰ ਸਕਦਾ। ਪਰਮੇਸ਼ਵਰ ਮੇਰੇ ਦੋਸਤ, ਅਸੀਂ ਜਾਣਦੇ ਹਾਂ ਕਿ ਕੇਵਲ ਇੱਕ ਸੰਪੂਰਨ ਮਸੀਹ ਸਲੀਬ ਤੇ ਹੈ, ਇੱਕ ਖਾਲੀ ਕਬਰ, ਇੱਕ ਉਭਰਿਆ ਮੁਕਤੀ ਦਾਤਾ ਜੋ ਛੇਤੀ ਵਾਪਸ ਆ ਰਿਹਾ ਹੈ। ਪਰਮੇਸ਼ਵਰ ਦੀ ਸ਼ਕਤੀ ਨੂੰ ਕਮਜ਼ੋਰ ਨਾ ਸਮਝੋ ਤਾਂ ਜੋ ਕੰਨ ਨੂੰ ਖੁਸ਼ ਕੀਤਾ ਜਾਵੇ। ਹੁਣ ਇਹ ਸਮਾਂ ਨਹੀਂ ਹੈ ਕਿ ਉਹ ਸ਼ੈਤਾਨ ਸ਼ਾਂਤ ਹੋ ਜਾਣ। ਸਮਾਂ ਨੇੜੇ ਅਤੇ ਨੇੜੇ ਹੋਰ ਵੱਧ ਰਿਹਾ ਹੈ। ਆਖਰੀ ਤੁਰ ਹੀ ਕਦੀ ਵੀ ਆਵਾਜ਼ ਆ ਸਕਦੀ ਹੈ ਅਤੇ ਫਿਰ ਕੁਝ ਨਹੀਂ ਹੋਵੇਗਾ। ਲੋਕ ਸੱਚ ਦੀ ਲਾਲਸਾ ਰੱਖਦੇ ਹਨ ਤਾਂ ਜੋ ਉਹਨਾਂ ਨੂੰ ਪੂਰੇ ਦਿਲ ਤੇ ਵਿਸ਼ਵਾਸ ਕਰ ਸਕਣ। ਉਹਨਾਂ ਨੂੰ ਜਾਣਨ ਦੀ ਲੋੜ ਹੈ ਕਿ ਉਹ ਆਪਣੇ ਸਦੀਵੀ ਜੀਵਨ ਨੂੰ ਕਿਸ ਨੂੰ ਦਿੰਦੇ ਹਨ ਔਰ ਉਹ ਸਾਨੂੰ ਸਿਰਫ ਯਿਸੂ ਨੂੰ ਦੇਣਾ ਚਾਹੀਦਾ ਹੈ। ਸਾਨੂੰ ਆਪਣੇ ਰਾਜ ਤੋਂ ਸ਼ਰਮ ਨਹੀਂ ਆਉਣੀ ਚਾਹੀਦੀ ਜਾਂ ਸਾਨੂੰ ਵਿਲੱਖਣ ਬਾਰੇ ਚਿੰਤਾ ਨਹੀਂ ਹੋਣੀ ਚਾਹੀਦੀ। ਹਰ ਉਹ ਵਿਅਕਤੀ ਜੋ ਪਰਮੇਸ਼ਵਰ ਨੂੰ ਆਪਣੇ ਜੀਵਨ ਦਾ ਸ਼ਾਸਕ ਬਣਾਉਂਦਾ ਹੈ, ਇਸ ਨੂੰ ਵਿਲੱਖਣ ਮੰਨਿਆ ਜਾਵੇਗਾ। ਪਰ ਇਹ ਉਹ ਵਿਸ਼ਵਾਸ ਹੈ ਜਿਸ ਦੀ ਸਾਨੂੰ ਲੋੜ ਹੈ। ਇਹ ਉਹ ਅਨੁਭਵ ਹੈ ਜੋ ਸਾਨੂੰ ਹੋਣਾ ਚਾਹੀਦਾ ਹੈ। ਸਾਨੂੰ ਸੰਸਾਰ ਤੋਂ ਬਾਹਰ ਹੋਣਾ ਚਾਹੀਦਾ ਹੈ ਅਤੇ ਜੇ ਅਸੀਂ ਪੁੱਤਰਾਂ ਧੀਆਂ ਬਣਨਾ ਹੈ ਤਾਂ ਵੱਖ ਹੋਵੋ। ਸੰਸਾਰ ਦੇ ਵਾਰਸ ਬਣੋ, ਰੱਬ ਦੇ ਵਾਰਸ ਬਣੋ। ਸਾਰੇ ਯੁੱਗਾਂ ਵਿੱਚ ਪਰਮੇਸ਼ਵਰ ਦੇ ਨੈਤਿਕ ਨਾਇਕ ਰਹੇ ਹਨ ਅਤੇ ਹੁਣ ਉਸ ਕੋਲ ਇਹ ਹਨ। ਯਹੋਸ਼ੂ, ਦਾਨੀਅਲ ਅਤੇ ਏਲੀਆ ਵਰਗੇ ਲੋਕ ਉਸਦੇ ਅਜੀਬ ਲੋਕ ਹੋਣ ਕਰਕੇ ਸ਼ਰਮਸਾਰ ਨਹੀਂ ਸਨ। ਮੇਰੇ ਦੋਸਤੋ, ਜਿਹੜੇ ਇਹਨਾਂ ਆਖਰੀ ਦਿਨਾਂ ਵਿੱਚ ਯਿਸੂ ਦੇ ਹੱਕ ਵਿੱਚ ਹਨ, ਉਹ ਸਵਰਗ ਦੇ ਦਰਬਾਰ ਵਿੱਚ ਤੁਹਾਡੇ ਲਈ ਖੜਾ ਹੋਵੇਗਾ। ਹੁਕਮ ਮੰਨਣਾ ਦਿਨ ਦੀ ਐਡਵੈਂਟਿਸਟ ਲਹਿਰ ਇੱਕੋ ਇੱਕ ਚਰਚ ਹੈ ਜੋ ਪਰਮੇਸ਼ਵਰ ਦੇ ਅੰਤ ਦਾ ਸੰਦੇਸ਼ ਫੈਲਾ ਰਹੀ ਹੈ ਸਾਰੇ ਸੰਸਾਰ ਵਿੱਚ, ਜਿਵੇਂ ਯਿਸੂ ਸਾਨੂੰ ਰੱਖਣ ਦਾ ਹੁਕਮ ਦਿੰਦਾ ਹੈ। ਸਾਨੂੰ ਸਾਰੇ ਪਰਮੇਸ਼ਵਰ ਦੇ ਹੱਕ ਦੇ ਵਿੱਚ ਖੜੇ ਹੋਣਾ ਚਾਹੀਦਾ ਹੈ। ਉਸਦੇ ਬਚੇ ਹੋਏ ਲੋਕਾਂ ਦੇ ਤੌਰ ਦੇ ਉੱਤੇ ਸਾਨੂੰ ਜੀਵਨ ਜੀਣਾ ਚਾਹੀਦਾ ਹੈ, ਬਾਈਬਲ ਅਧਿਐਨ ਕਰਕੇ ਅਤੇ ਹੋਰਨਾਂ ਨੂੰ ਸਿਖਾਉਣਾ ਹੈ। ਸਾਨੂੰ ਵਿਸ਼ਵਾਸੀਆਂ ਦੀ ਪੀੜ੍ਹੀ ਬਣਨ ਦੀ ਲੋੜ ਹੈ ਜਿਨ੍ਹਾਂ ਨੂੰ ਇਸ ਪੁਸਤਕ ਵਿੱਚ ਸ਼ਰਮ ਨਹੀਂ ਆਉਂਦੀ। ਸਾਨੂੰ ਵਿਸ਼ਵਾਸੀਆਂ ਦੀ ਫੌਜ ਬਣਨ ਦੀ ਲੋੜ ਹੈ ਜੋ ਕਿ ਨਿੱਘਾ ਹੋਣਾ ਪਸੰਦ ਨਹੀਂ ਕਰਦੇ
ਅਤੇ ਸਭ ਤੋਂ ਉੱਪਰ ਪਰਮੇਸ਼ਵਰ ਦੇ ਪਵਿੱਤਰ ਵਚਨ ਤੇ ਖੜੇ ਹੁੰਦੇ ਹਨ। ਸਾਨੂੰ ਪ੍ਰਾਰਥਨਾ ਵਿੱਚ ਬੇਮਿਸਾਲ ਸ਼ਕਤੀ ਨੂੰ ਸਮਝਣ ਦੀ ਲੋੜ ਹੈ ਕਿ ਯੀਸ਼ੂ ਨਾਲ ਸਾਡਾ ਸੰਚਾਰ ਮਹਾਨ ਵਿਵਾਦ ਦੀ ਲੜਾਈ ਵਿੱਚ ਸਾਡਾ ਸਭ ਤੋਂ ਵੱਡਾ ਹਥਿਆਰ, ਸਾਡੀ ਢਾਲ ਹੈ। ਯੀਸ਼ੂ ਤੁਹਾਨੂੰ ਹਮੇਸ਼ਾ ਦੇ ਤੌਰ ਤੇ ਚਾਹੁੰਦਾ ਹੈ। ਕਿ ਤੁਸੀਂ ਉਸ ਨੂੰ ਉਸਦੇ ਤਰੀਕੇ ਦਾ ਚਾਹੁੰਦੇ ਹੋ? ਕਿ ਇਹ ਹੁਕਮ ਰਖਵਾਲੇ ਈਸਾਈ ਬਣਨ ਦੀ ਤੁਹਾਡੀ ਇੱਛਾ ਹੈ? ਕਿ ਤੁਸੀਂ ਪਰਮੇਸ਼ਵਰ ਦੇ ਅੰਧੇ ਅਵਸ਼ੇਸ਼ਾਂ ਨਾਲ ਇਕਜੁੱਟ ਹੋਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹੋ? ਦੋਸਤੋ, ਕੀ ਤੁਸੀਂ ਬਪਤਿਸਮਾ ਬਾਰੇ ਜਾਣਨ ਬਾਰੇ ਸੋਚ ਰਹੇ ਹੋ? ਜੇ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਸਵਾਲਾਂ ਦਾ ਜਵਾਬ ਹਾਂ ਵਿੱਚ ਦਿੰਦੇ ਹੋ, ਕਿਰਪਾ ਕਰਕੇ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਜਵਾਬ ਦਿਓ। ਯੀਸ਼ੂ ਛੇਤੀ ਆ ਰਿਹਾ ਹੈ ਅਤੇ ਉਹ ਤੁਹਾਡੇ ਨਾਲ ਸਦੀਵੀ ਜੀਵਨ ਬਿਤਾਉਣਾ ਚਾਹੁੰਦਾ ਹੈ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦੀ ਹਾਂ। ਸਵਰਗੀ ਪਿਤਾ, ਤੁਹਾਡਾ ਧੰਨਵਾਦ ਪ੍ਰਭੂ ਕਿ ਤੁਸੀਂ ਸਾਨੂੰ ਲੱਭ ਰਹੇ ਹੋ ਅਤੇ ਤੁਸੀਂ ਸਾਡੀਆਂ ਬਹੁਤ ਚੀਖਾਂ ਸੁਣਦੇ ਹੋ। ਇੱਥੋਂ ਤੱਕ ਕਿ ਤੁਹਾਡੇ ਨਾਮ ਦੀ ਬੁੜਬੁੜਾਉਂਦੇ ਸਮੇਂ ਵੀ ਯੀਸ਼ੂ ਤੁਸੀਂ ਸਾਨੂੰ ਬਚਾਉਣ ਲਈ ਇੱਕ ਫੌਜ ਭੇਜਦੇ ਹੋ, ਸਭ ਤੋਂ ਹਨੇਰੇ ਸਥਾਨਾਂ ਤੋਂ ਬਚਾਉਣ ਦੇ ਲਈ। ਸਾਨੂੰ ਆਪਣੇ ਸੱਚ ਵਿੱਚ ਲੈ ਜਾਓ, ਸਾਨੂੰ ਆਪਣਾ ਹੱਥ ਸਾਡੇ ਸਿਰ ਤੇ ਰੱਖੋ ਤਾਂ ਜੋ ਅਸੀਂ ਤੁਹਾਡੇ ਹੋ ਸਕੀਏ। ਸਾਨੂੰ ਸ਼ੈਤਾਨ ਦੇ ਜਾਲ ਤੋਂ ਸੁਚੇਤ ਰੱਖੋ ਜੋ ਸਾਨੂੰ ਜਾਲ ਵਿੱਚ ਫਸਾ ਸਕਦਾ ਹੈ। ਜਦੋਂ ਜੀਵਨ ਗੰਦਾ ਜਾਪਦਾ ਹੈ ਤਾਂ ਉਸ ਦਾ ਰਾਹ ਸਾਫ਼ ਕਰ ਦਿਓ। ਅੱਜ ਰਾਤੀ ਅਸੀਂ ਤੁਹਾਡੇ ਕਦਮਾਂ ਤੇ ਦਲੇਰੀ ਦੇ ਨਾਲ ਚੱਲਣਾ ਚਾਹੁੰਦੇ ਹਾਂ ਤੇ ਪਾਲਣਾ ਕਰਦੇ ਹਾਂ। ਸਾਨੂੰ ਸ਼ਕਤੀ ਦਿਓ ਪ੍ਰਭੂ। ਬਾਹਰੀ ਦਬਾਵਾਂ ਦੇ ਤਹਿਤ ਦੇ ਨਾ ਹੀ ਕੋਈ ਸਮਝੌਤਾ ਕਰਾਂਗੇ, ਪਰ ਸਾਡੇ ਦੋਸ਼ੀ ਦਿਲਾਂ ਵਿੱਚ ਸਾਨੂੰ ਦ੍ਰਿੜ ਰੱਖੋ। ਅਸੀਂ ਤੁਹਾਡੇ ਨਾਲ ਖੜੇ ਹੋਣਾ ਚਾਹੁੰਦੇ ਹਾਂ, ਤੁਹਾਡੇ ਚੁਣੇ ਹੋਏ ਬਚੇ ਹੋਏ ਲੋਕਾਂ ਵਜੋਂ। ਸਾਨੂੰ ਆਉਣ ਲਈ ਤੁਸੀਂ ਆਪਣੇ ਰਾਜ ਵਿੱਚ ਰੱਖੋ। ਯੀਸ਼ੂ ਦੇ ਕੀਮਤੀ ਅਤੇ ਸ਼ਕਤੀਸ਼ਾਲੀ ਨਾਮ ਵਿੱਚ ਆਮੀਨ। ਦੋਸਤੋ, ਸਾਡੇ ਲਾਈਵ ਇੰਸਟ੍ਰਕਟਰ ਇਸ ਸਮੇਂ ਸਾਡੇ ਨਾਲ ਖੜੇ ਹਨ। ਲਿੰਕ ਤੇ ਕਲਿੱਕ ਕਰੋ ਤਾਂ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਣ। ਅੱਜ ਰਾਤ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਲੜੀ ਵਿੱਚ ਸਾਡੇ ਕੋਲ ਹੋਰ 2 ਵਿਸ਼ੇ ਬਾਕੀ ਹਨ। ਸਾਡਾ ਅੰਤਿਮ ਵਿਸ਼ਾ ਮਹਾਨ ਵਿਵਾਦ ਦਾ ਸਾਰ ਦੇਵੇਗਾ, ਉਹ ਅਣਦਿਖੀ ਜੰਗ ਜਿਸ ਵਿੱਚ ਅਸੀਂ ਹਾਂ। ਪਰ ਪਹਿਲਾਂ ਕਿਰਪਾ ਕਰਕੇ ਕੱਲ ਰਾਤ ਸਾਡੇ ਨਾਲ ਜੁੜੋ। ਅਸੀਂ ਇੱਥੇ ਅਧਿਐਨ ਕਰਾਂਗੇ ਕਿ ਅੱਗੇ ਕੀ ਕਰਨਾ ਹੈ। ਇੱਕ ਵਾਰ ਜੋ ਤੁਸੀਂ ਪਰਮੇਸ਼ਵਰ ਦੇ ਵਚਨ ਤੋਂ ਪਰਮੇਸ਼ਵਰ ਦੇ ਸੱਚੇ ਚਰਚ ਨੂੰ ਪਹਿਚਾਨ ਲੈਂਦੇ ਹੋ, ਸਾਡੇ ਵਿਸ਼ੇ ਜਿਸ ਦਾ ਨਾਮ ਨਿਊ ਲਾਈਫ ਨਵਾਂ ਜੀਵਨ ਹੈ, ਬਾਈਬਲ ਦੇ ਭਵਿੱਖਬਾਣੀ ਨੂੰ ਅਨਲੌਕ ਕਰਨ ਤੇ ਪਰਮੇਸ਼ਵਰ ਦਾ ਰਸਤਾ ਚੁਣੋ। ਗੁੱਡ ਨਾਈਟ ਦੋਸਤੋ।